ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। 20ਵਾਂ ਅਵਤਾਰ ਸ਼੍ਰੀ ਰਾਮ। ਅਧਿਆਇ ਪਹਿਲਾ। ਸੁਬਾਹ ਮਰੀਚ ਕਤਲ। ਚੌਪਈ। ਅਬ ਮੈਂ ਕਹੂੰ ਰਾਮ ਅਵਤਾਰਾ। ਹੁਣ ਮੈਂ ਰਾਮ ਅਵਤਾਰ ਦੀ ਕਥਾ ਕਹਿੰਦਾ ਹਾਂ। ਜੈਸ ਜਗਤ ਮੋਹ ਕਰਾ ਪਸਾਰਾ। ਜਿਸ ਤਰ੍ਹਾਂ ਜਗਤ ਵਿੱਚ ਉਹਨਾਂ ਨੇ ਪਸਾਰ ਕੀਤਾ ਸੀ। ਬਹੁਤ ਕਾਲ ਬੀਤਤ ਪਇਓ ਜਬੈ। ਜਦੋਂ ਬਹੁਤ ਸਮਾਂ ਬੀਤ ਗਿਆ। ਅਸੁਰਨ ਬੰਸ ਪ੍ਰਗਟ ਪਇਓ ਤਬੈ। ਅਤੇ ਤਦੇ ਦੈਂਤਾਂ ਦੀ ਕੁਲ ਪ੍ਰਗਟ ਹੋ ਗਈ। ਅਸੁਰ ਲਗੇ ਬਹੁ ਕਰੇ ਬਿਖਾਦਾ। ਦੈਂਤ ਬਹੁਤ ਦੰਗਾ ਕਰਨ ਲੱਗੇ। ਕਿਨਹੂ ਨ ਤਿਨੇ ਤਨਕ ਮੈਂ ਸਾਧਾ। ਕਿਸੇ ਨੇ ਵੀ ਉਹਨਾਂ ਨੂੰ ਮਾੜਾ ਜਿੰਨਾ ਵੀ ਸਿੱਧਾ ਨਹੀਂ ਕੀਤਾ। ਸਕਲ ਦੇਵ ਇਕੱਠੇ ਤਬ ਪਏ। ਤਦ ਸਾਰੇ ਦੇਵਤੇ ਇਕੱਠੇ ਹੋਏ। ਛੀਰ ਸਮੁੰਦਰ ਜਹ ਥੋ ਤਹ ਗਏ। ਅਤੇ ਛੀਰ ਸਮੁੰਦਰ ਵਿੱਚ ਜਿੱਥੇ ਸੌਂਕ ਸਾਈਂ ਰਹਿੰਦਾ ਸੀ ਉਸ ਕੋਲ ਉੱਥੇ ਗਏ। ਬਹੁ ਚਿਰ ਬਸਤ ਪਏ ਤਹ ਠਾਵਾਂ। ਵਿਸ਼ਨੂੰ ਜੀ ਸਮੇਤ ਬ੍ਰਹਮਾ ਨਾਮ ਵਾਲੇ ਦੇਵਤੇ ਬਹੁਤ ਸਮਾਂ ਤੱਕ ਬਿਸਨ ਸਹਿਤ ਬ੍ਰਹਮਾ ਜਹ ਨਾਮਾ ਉਸ ਥਾਂ ਵਿੱਚ ਵਾਸ ਕੀਤਾ। ਬਾਰ ਬਾਰ ਹੀ ਦੁਖਤ ਪੁਕਾਰਤ। ਉਹਨਾਂ ਨੇ ਬਾਰ ਬਾਰ ਦੁੱਖ ਪਈ ਪੁਕਾਰ ਕੀਤੀ। ਕਾਨ ਭਰੀ ਕਲ ਕੇ ਧੁਨ ਆਰਤ। ਉਹ ਦੁੱਖ ਭਰੀ ਆਵਾਜ਼ ਕਾਲ ਪੁਰਖ ਦੇ ਕੰਨਾਂ ਵਿੱਚ ਪਈ। ਤੋਟਕ ਛੰਦ। ਬਿਸਨਾਦਕ ਦੇਵ ਲੇਖ ਬਿਮਨਨ। ਵਿਸ਼ਨੂੰ ਜੀ ਆਦਿਕ ਸਾਰੇ ਦੇਵਤਿਆਂ ਨੂੰ ਉਦਾਸ ਮਨ ਵੇਖਿਆ। ਮ੍ਰਿਦ ਹਾਸ ਕਰੀ ਕਰ ਕਾਲ ਤੁਨਨ। ਤਾਂ ਕਾਲ ਪੁਰਖ ਨੇ ਥੋੜੀ ਜਿਹੀ ਮੁਸਕਾਨ ਨਾਲ ਆਵਾਜ਼ ਦਿੱਤੀ। ਅਵਤਾਰ ਧਰੋ ਰਘੁਨਾਥ ਹਰਨ। ਹੇ ਵਿਸ਼ਨੂੰ ਜਾ ਕੇ ਰਘੁਨਾਥ ਅਵਤਾਰ ਧਾਰਨ ਕਰੋ। ਚਿਰ ਰਾਜ ਕਰੋ ਸੁਖ ਸੋ ਅਵਧਨ। ਅਤੇ ਚਿਰ ਕਾਲ ਤੱਕ ਅਵਧ ਵਿੱਚ ਸੁਖ ਪੂਰਵਕ ਰਾਜ ਕਰੋ। ਬਿਸਨੇਸ ਤੁਨਨ ਸੁਣ ਬ੍ਰਹਮ ਮੁਖਨ। ਵਿਸ਼ਨੂੰ ਜੀ ਨੇ ਕਾਲ ਪੁਰਖ ਦੇ ਮੁਖ ਤੋਂ ਆਵਾਜ਼ ਸੁਣ ਲਈ ਅਰਥਾਤ ਆਗਿਆ ਪ੍ਰਾਪਤ ਕਰ ਲਈ। ਅਬ ਸੁਧ ਚਲੀ ਰਘੂਬੰਸ ਕਥਨ। ਹੁਣ ਇਸ ਤੋਂ ਅੱਗੋਂ ਨਿਰੋਲ ਰਘੂਬੰਸ ਦੀ ਕਥਾ ਚਲਦੀ ਹੈ। ਜੋ ਪੈ ਛੋਰ ਕਥਾ ਕਵ ਯਾਹ ਰਡੈ। ਜੋ ਕਵੀ ਇਸ ਕਥਾ ਨੂੰ ਮੁੱਢ ਤੋਂ ਕਥਨ ਕਰੇ। ਇਨ ਬਾਤਨ ਕੋ ਇੱਕ ਗ੍ਰੰਥ ਬਢੈ। ਤਾਂ ਇਹਨਾਂ ਗੱਲਾਂ ਨਾਲ ਗ੍ਰੰਥ ਵੱਡਾ ਹੋ ਜਾਵੇਗਾ। ਤਹ ਤੇ ਕਹੀ ਥੋੜੀਏ ਬੀਨ ਕਥਾ। ਇਸ ਕਰਕੇ ਥੋੜੀ 94ਵੀਂ ਕਥਾ ਕਹੀ ਹੈ। ਬਲ ਤਵੈ ਉਪਜੀ ਬੁੱਧ ਮਦ ਜਥਾ। ਹੇ ਪ੍ਰਭੂ ਤੇਰੇ ਬਲ ਨਾਲ ਜਿਨੇ ਕੋ ਮੇਰੀ ਬੁੱਧੀ ਵਿੱਚ ਪੈਦਾ ਹੋਈ ਹੈ। ਜਹ ਭੂਲ ਪਈ ਹਮ ਤੇ ਲਹਿਓ। ਜਿੱਥੇ ਸਾਡੇ ਕੋਲੋਂ ਭੁੱਲ ਹੋਈ ਜਾਣ ਲਵੋ। ਸੋ ਕਬੋ ਤਹ ਅਚਰ ਬਨਾ ਕਹਿਓ। ਹੇ ਕਵਿਓ ਤੁਸੀਂ ਅੱਖਰਾਂ ਨੂੰ ਸੰਵਾਰ ਕੇ ਕਥਨ ਕਰ ਲੈਣਾ। ਰਘੁਰਾਜ ਭਇਓ ਰਘੂਬੰਸ ਮਣਨ। ਰਾਘਵ ਕੁਲ ਵਿੱਚ ਮਣੀ ਵਾਂਗ ਸ਼ੋਭਾਸ਼ਾਲੀ ਰਘੂ ਰਾਜਾ ਹੋਇਆ ਸੀ। ਜਹ ਰਾਜ ਕਰਿਓ ਪੁਰ ਔਧ ਕਣਨ। ਜਿਸਨੇ ਅਯੋਧਿਆਪੁਰੀ ਵਿੱਚ ਬਹੁਤ ਚਿਰ ਰਾਜ ਕੀਤਾ। ਸਉ ਕਾਲ ਜਣਿਓ ਨ੍ਰਿਪਰਾਜ ਜਬਨ। ਜਦੋਂ ਉਸ ਮਹਾਰਾਜੇ ਰਘੂ ਨੂੰ ਕਾਲ ਨੇ ਜਿੱਤ ਲਿਆ। ਪੋ ਰਾਜ ਕਰਿਓ ਅਜ ਰਾਜ ਤਬਨ।
ਤਾਂ ਉਸ ਦੇ ਪੁੱਤਰ ਅਜ ਨੇ ਧਰਤੀ ਦਾ ਰਾਜ ਕੀਤਾ। ਅਜ ਰਾਜ ਹਣਿਓ ਜਬ ਕਾਲ ਬਲੀ, ਅਜ ਰਾਜੇ ਨੂੰ ਜਦੋਂ ਬਲੀ ਕਾਲ ਨੇ ਮਾਰ ਦਿੱਤਾ। ਸੋ ਨਿਰਪਤ ਕਥਾ ਦਸਰਥ ਚਲੀ, ਤਾਂ ਰਾਜ ਕਥਾ ਦਸ਼ਰਥ ਦੇ ਨਾਂ ਦੀ ਤੁਰੀ। ਚਿਰ ਰਾਜ ਕਰੋ ਸੁਖ ਸੋ ਅਵਧਨ, ਉਸਨੇ ਵੀ ਬੜੇ ਚਿਰ ਤੱਕ ਅਯੋਧਿਆ ਵਿੱਚ ਸੁਖਪੂਰਵਕ ਰਾਜ ਕੀਤਾ। ਮਿਰਗ ਮਾਰ ਬਿਹਾਰ ਬਣਨ ਸੁ ਪ੍ਰਭਨ, ਉਹ ਰਾਜਾ ਸ਼ਿਕਾਰ ਕਰਨ ਲਈ ਬਣਾ ਵਿੱਚ ਫਿਰਦਾ ਰਹਿੰਦਾ। ਜਗ ਧਰਮ ਕਥਾ ਪ੍ਰਚੁਰੀ ਤਬ ਤੇ, ਜਗ ਵਿੱਚ ਧਰਮ ਦੀ ਕਥਾ ਤਦ ਤੋਂ ਪਸਰ ਗਈ। ਸੁਮਿਤ੍ਰੇਸ ਮਹੀਪ ਪਇਓ ਜਬ ਤੇ, ਤਦ ਤੋਂ ਦਸ਼ਰਥ ਸੁਮਿਤ੍ਰੇਸ ਰਾਜਾ ਹੋਇਆ। ਦਿਨ ਰੈਣ ਪਨੈਸਨ ਬੀਚ ਫਿਰੇ, ਉਹ ਦਿਨ ਰਾਤ ਘਣੇ ਜੰਗਲਾਂ ਵਿੱਚ ਫਿਰਦਾ ਰਹਿੰਦਾ ਸੀ। ਮ੍ਰਿਗਰਾਜ ਘਰੀ ਮ੍ਰਿਗਨੇਤ ਹਰੇ, ਸ਼ੇਰ ਹਾਥੀ ਤੇ ਹਿਰਨਾਂ ਨੂੰ ਨਿਤ ਮਾਰਦਾ ਹੁੰਦਾ ਸੀ। ਇਹ ਪਾਤ ਕਥਾ ਉਹ ਠੋਰ ਪਈ, ਇਸ ਤਰ੍ਹਾਂ ਦੀ ਕਥਾ ਉਸ ਪਾਸੋਂ ਹੋਈ। ਅਬ ਰਾਮ ਜਇਆ ਪਰ ਬਾਤ ਗਈ, ਹੁਣ ਰਾਮ ਦੀ ਮਾਤਾ ਜਇਆ ਵੱਲ ਵਾਰਤਾ ਮੁੜਦੀ ਹੈ। ਕੋਹੜਾਮ ਜਹਾਂ ਸੁਣੀਏ ਸਹਰਨ, ਜਿੱਥੋਂ ਕੋਹੜਾਮ ਨਾਂ ਦਾ ਸ਼ਹਿਰ ਸੁਣੀਦਾ ਹੈ। ਤਾਂ ਕੌਸਲ ਰਾਜ ਨਿਰਪੇਸ ਬਰਨ, ਉੱਥੇ ਕੌਸ਼ਲ ਰਾਜ ਦਾ ਮਹਾਨ ਰਾਜਾ ਸੀ। ਉਪਜੀ ਤਹਾਂ ਤਾਮ ਸੁਤਾ ਕੁਸਲਨ, ਉਸ ਦੇ ਘਰ ਕੁਸ਼ਲਿਆ ਨਾਂ ਦੀ ਇੱਕ ਕੰਨਿਆ ਪੈਦਾ ਹੋਈ। ਜਿਹ ਜੀਤ ਲਈ ਸਸ ਅੰਗ ਕਲਨ, ਜਿਸ ਨੇ ਚੰਦਰਮਾ ਦੀਆਂ ਕਲਾਵਾਂ ਦੀ ਸੁੰਦਰਤਾ ਜਿੱਤ ਲਈ। ਜਬ ਹੀ ਸੁਧ ਪਾਏ ਸੁਯੰਬਰਨ ਕਰਿਓ, ਜਦੋਂ ਉਸ ਕੰਨਿਆ ਨੇ ਹੋਸ਼ ਸੰਭਾਲੀ ਤਾਂ ਰਾਜੇ ਨੇ ਸੁਯੰਬਰ ਰਚ ਦਿੱਤਾ। ਅਵਤੇਸ ਨਰੇਸਹਿ ਚੀਨ ਬਰਿਓ, ਕੁਸ਼ਲਿਆ ਨੇ ਚੋਣ ਕਰਕੇ ਅਯੋਧਿਆ ਦੇ ਰਾਜੇ ਦਸ਼ਰਥ ਨੂੰ ਵਰ ਲਿਆ। ਪੁਨਸੈਨ ਸਮਿਤ੍ਰ ਨਰੇਸ ਬਰਨ, ਫਿਰ ਇੱਕ ਸਮਿਤ੍ਰ ਸੈਨ ਨਾਮ ਵਾਲਾ ਸ਼੍ਰੇਸ਼ਟ ਰਾਜਾ ਹੋਇਆ। ਜਿਹ ਯੁੱਧ ਲਿਓ ਮਦਰ ਦੇਸ ਹਰਨ, ਜਿਸ ਨੇ ਯੁੱਧ ਕਰਕੇ ਮਦਰ ਦੇਸ਼ ਨੂੰ ਜਿੱਤ ਲਿਆ ਸੀ। ਸੁਮਿਤਰਾ ਤਹਿ ਤਾਮ ਪਈ ਦੁਹਿਤਾ, ਉਸ ਦੇ ਘਰ ਸੁਮਿਤਰਾ ਨਾਂ ਦੀ ਕੰਨਿਆ ਪੈਦਾ ਹੋਈ। ਜਿਹ ਜੀਤ ਲਏ ਸਸ ਸੂਰ ਪ੍ਰਭਾ, ਜਿਸ ਨੇ ਚੰਦਰਮਾ ਅਤੇ ਸੂਰਜ ਦੀ ਸੁੰਦਰਤਾ ਨੂੰ ਹਰ ਲਿਆ। ਸੋ ਬਾਰ ਸੁਬੱਧ ਪਈ ਜਬ ਹੀ, ਉਸ ਬਾਲਿਕਾ ਨੇ ਜਦੋਂ ਹੋਸ਼ ਸੰਭਾਲੀ। ਅਵਦੇਸਹ ਚੀਨ ਬਰਿਓ ਤਬ ਹੀ, ਤਦੋਂ ਉਸਨੇ ਵੀ ਮਹਾਰਾਜ ਦਸ਼ਰਥ ਨੂੰ ਪਛਾਣ ਕੇ ਵਰ ਲਿਆ। ਗਨਯਾਹ ਪਇਓ ਕਸ਼ਟੁਆਰ ਨ੍ਰਿਪਨ, ਇਹ ਕਥਨ ਕਰਕੇ ਹੁਣ ਕਸ਼ਟੁਆਰ ਰਾਜੇ ਦਾ ਹਾਲ ਕਹਿੰਦੇ ਹਾਂ। ਜਿਹ ਕੇਕਈ ਤਾਮ ਸੁ ਤਾਸ ਪ੍ਰਭਨ, ਜਿਸ ਦੇ ਘਰ ਕੇਕਈ ਨਾਮ ਦੀ ਸੁੰਦਰ ਲੜਕੀ ਪੈਦਾ ਹੋਈ ਸੀ। ਇੰਤੇ ਗ੍ਰਹ ਮੋਹ ਸੁਤ ਜਉਨ ਥਿਓ, ਜਦੋਂ ਦਸ਼ਰਥ ਨੇ ਕੇਕਈ ਨੂੰ ਵਿਆਹਣ ਦੀ ਇੱਛਾ ਪ੍ਰਗਟ ਕੀਤੀ ਤਾਂ ਰਾਜੇ ਨੇ ਕਿਹਾ, ਇਸ ਤੋਂ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਰਾਜ ਦਾ ਹੱਕਦਾਰ ਹੋਵੇਗਾ। ਤਬ ਬੈਠ ਨਰੇਸ ਵਿਚਾਰ ਕਿਓ, ਤਦ ਦਸ਼ਰਥ ਰਾਜੇ ਨੇ ਇਹ ਗੱਲ ਸੁਣ ਕੇ ਬੈਠ ਕੇ ਵਿਚਾਰ ਕੀਤਾ। ਤਬ ਕੇਕਈ ਨਾਰ ਵਿਚਾਰ ਕਰੀ, ਤਦ ਵਿਚਾਰ ਪੂਰਵਕ ਕੇਕਈ ਨੂੰ ਇਸਤਰੀ ਵਜੋਂ ਪਰਨਾ ਲਿਆ। ਜਿਹ ਤੇ ਸਸ ਸੂਰਜ ਸੋਭ ਤਰੀ,
ਜਿਸ ਤੋਂ ਚੰਦਰਮਾ ਤੇ ਸੂਰਜ ਨੇ ਸ਼ੋਭਾ ਧਾਰਨ ਕੀਤੀ ਹੋਈ ਸੀ। ਤਹਿ ਬਿਆਹਤ ਮਾਗ ਲਏ ਦੋ ਬਰਨ, ਕੈਕਈ ਨੇ ਵਿਆਹ ਵੇਲੇ 2 ਵਰ ਮੰਗ ਲਏ। ਜਹ ਤੇ ਅਵਤੇਸ ਕੇ ਪ੍ਰਾਣ ਹਰਨ, ਜਿਨ੍ਹਾਂ ਕਰਕੇ ਦਸ਼ਰਥ ਦੇ ਪ੍ਰਾਣ ਖਤਮ ਹੋ ਗਏ। ਸਮਝੀ ਨਾ ਨਰੇਸ ਬਾਤ ਹੀਏ, ਮਹਾਰਾਜੇ ਨੇ ਇਹ ਗੱਲ ਹਿਰਦੇ ਵਿੱਚ ਨਾ ਸਮਝੀ। ਤਬ ਹੀ ਤਹਿ ਕੋ ਬਰ ਦੋਈ ਦਿਓ, ਅਤੇ ਉਸ ਵੇਲੇ ਉਸ ਨੂੰ 2 ਵਰ ਦੇਣੇ ਮੰਨ ਲਏ। ਪੁਨ ਦੇਵ ਅਦੇਵਨ ਜੁੱਧ ਪਰੋ, ਫਿਰ ਦੇਵਤਿਆਂ ਅਤੇ ਦੈਂਤਾਂ ਵਿੱਚ ਇੱਕ ਸਮੇਂ ਯੁੱਧ ਹੋਇਆ। ਜਹ ਜੁੱਧ ਘਣੋ ਨ੍ਰਿਪ ਆਪ ਕਰੋ, ਜਿਸ ਵਿੱਚ ਬਹੁਤਾ ਯੁੱਧ ਰਾਜੇ ਨੇ ਆਪ ਕੀਤਾ। ਹਤ ਸਾਰਥੀ ਸਯੰਦਨ ਨਾਰ ਹਕਿਓ, ਉਸ ਯੁੱਧ ਵਿੱਚ ਰਾਜੇ ਦਾ ਸਾਰਥੀ ਮਾਰਿਆ ਗਿਆ ਤਾਂ ਦਸ਼ਰਥ ਦੀ ਇਸਤਰੀ ਕੈਕਈ ਨੇ ਰਥ ਨੂੰ ਆਪ ਹਕਿਆ। ਯਹ ਕੌਤਕ ਦੇਖ ਨਰੇਸ ਚਕਿਓ, ਇਸ ਕੌਤਕ ਨੂੰ ਵੇਖ ਕੇ ਰਾਜਾ ਦਸ਼ਰਥ ਹੈਰਾਨ ਹੋ ਗਿਆ। ਪੁਨ ਰੀਝ ਦਏ ਦਉ ਤੀਹ ਬਰਨ, ਫਿਰ ਰਾਜੇ ਨੇ ਪ੍ਰਸੰਨ ਹੋ ਕੇ ਇਸਤਰੀ ਨੂੰ 2 ਵਰ ਦੇ ਦਿੱਤੇ। ਚਿੱਤ ਮੋਹ ਸੁ ਵਿਚਾਰ ਕਛੂ ਨਾ ਕਰਨ, ਅਤੇ ਚਿੱਤ ਵਿੱਚ ਇਹਨਾਂ ਦੇ ਨਤੀਜੇ ਦਾ ਕੁਝ ਵੀ ਵਿਚਾਰ ਨਾ ਕੀਤਾ। ਕਹੀ ਨਾਟਕ ਮੱਧ ਚਰਿੱਤਰ ਕਥਾ, ਇਹ ਕਥਾ ਹਨੂਮਾਨ ਨਾਟਕ ਅਤੇ ਰਾਮਾਇਣ ਆਦਿਕ ਰਾਮ ਚਰਿੱਤਰ ਵਿੱਚ ਵਿਸਥਾਰ ਨਾਲ ਕਹੀ ਗਈ ਹੈ। ਜਯਦੀਨ ਸੁਰੇਸ ਨਰੇਸ ਜਥਾ, ਜਿਸ ਤਰ੍ਹਾਂ ਦਸ਼ਰਥ ਰਾਜੇ ਨੇ ਇੰਦਰ ਨੂੰ ਦੈਂਤਾਂ ਤੋਂ ਜਿੱਤ ਕੇ ਦਿੱਤੀ ਸੀ। ਅਰਜੀਤ ਅਨੇਕ ਅਨੇਕ ਬਿਦਨ, ਦਸ਼ਰਥ ਨੇ ਅਨੇਕ ਤਰ੍ਹਾਂ ਨਾਲ ਅਨੇਕਾਂ ਵੈਰੀ ਜਿੱਤ ਲਏ। ਸਭ ਕਾਜ ਨਰੇਸਵਰ ਕੀਨ ਸਿਧਨ, ਅਤੇ ਰਾਜ ਦੇ ਸਾਰੇ ਕੰਮ ਸਿੱਧ ਕਰ ਲਏ। ਦਿਨ ਰੈਣ ਬਿਹਾਰਤ ਮਧ ਬਣਨ, ਦਸ਼ਰਥ ਮਹਾਰਾਜਾ ਦਿਨ ਰਾਤ ਜੰਗਲ ਵਿੱਚ ਸ਼ਿਕਾਰ ਲਈ ਵਿਚਰਦਾ ਰਹਿੰਦਾ। ਜਲ ਲੈਣ ਦੇ ਜਾਏ ਤਹਾਂ ਸ਼ਰਵਣਨ, ਇੱਕ ਦਿਨ ਉੱਥੇ ਸ਼ਰਵਣ ਨਾਮ ਦਾ ਬ੍ਰਾਹਮਣ ਜਲ ਲੈਣ ਲਈ ਆਇਆ। ਪਿਤਮਾਤ ਤਜੇ ਦੋ ਅੰਧ ਪੋਇਨ, ਸ਼ਰਵਣ ਨੇ ਆਪਣੇ ਦੋਹਾਂ ਅੰਨੇ ਮਾਤਾ ਪਿਤਾ ਨੂੰ ਧਰਤੀ ਉੱਤੇ ਛੱਡਿਆ। ਗਹਿ ਪਾਤਰ ਚੱਲਿਓ ਜਲ ਲੈਣ ਸੋਇਨ, ਅਤੇ ਆਪ ਬਰਤਨ ਫੜ ਕੇ ਜਲ ਲੈਣ ਲਈ ਚੱਲ ਪਿਆ। ਮਨ ਨੋ ਦਿੱਤ ਕਾਲ ਸਦਾਰ ਤਹਾਂ, ਸ਼ਰਵਣ ਮੁਨੀ ਕਾਲ ਦਾ ਪ੍ਰੇਰਿਆ ਉੱਥੇ ਚਲਾ ਗਿਆ। ਨ੍ਰਿਪ ਬੈਠ ਪਤਊਵਨ ਬਾਦ ਜਹਾਂ, ਜਿੱਥੇ ਦਸ਼ਰਥ ਰਾਜਾ ਮਚਾਨ ਬੰਨੀ ਬੈਠਾ ਸੀ। ਪਪਕੰਤ ਕਟਨ ਅਤ ਨਾਦ ਹੋਇਨ, ਪਾਣੀ ਭਰਨ ਨਾਲ ਘੜੇ ਤੋਂ ਪਖ ਪਖ ਦਾ ਨਾਦ ਹੋਇਆ। ਤੁਨ ਕਾਨ ਪਰੀ ਅਜ ਰਾਜ ਸੋਇਨ, ਤਾਂ ਅਜ ਰਾਜੇ ਦੇ ਪੁੱਤਰ ਦਸ਼ਰਥ ਦੇ ਕੰਨ ਵਿੱਚ ਉਹ ਆਵਾਜ਼ ਪਈ। ਗਹਿ ਪਾਣ ਸੁ ਬਾਣਹੀ ਤਾਨ ਤਨਨ, ਉਸ ਵੇਲੇ ਹੱਥ ਵਿੱਚ ਤੀਰ ਫੜ ਕੇ ਧਨੁਸ਼ ਵਿੱਚ ਖਿੱਚਿਆ। ਮ੍ਰਿਗ ਜਾਣ ਦਿਜਨ ਸਰ ਸੁਧ ਹਨਨ, ਅਤੇ ਹਿਰਨ ਸਮਝ ਕੇ ਬ੍ਰਾਹਮਣ ਨੂੰ ਮਾਰ ਦਿੱਤਾ। ਗਿਰ ਗਇਓ ਸੁ ਲਗੇ ਸਰ ਸੁਧ ਮੁਨਨ, ਤੀਰ ਲੱਗਦਿਆਂ ਹੀ ਮੁਨੀ ਡਿੱਗ ਪਿਆ। ਨਿਸਰੀ ਮੁਖ ਤੇ ਹਾਹਾਕਾਰ ਤੁਨਨ, ਉਸਦੇ ਮੂੰਹੋਂ ਹਾਹਾਕਾਰ ਦੀ ਆਵਾਜ਼ ਨਿਕਲੀ। ਮ੍ਰਿਗਟਾਤ ਕਹਾਂ ਨ੍ਰਿਪ ਜਾਇ ਲਹੇ, ਹਿਰਨ ਕਿੱਥੇ ਮਾਰਿਆ ਹੈ ਇਹ ਜਾਣਨ ਲਈ ਰਾਜਾ ਤਲਾਉ ਦੇ ਦੂਜੇ ਕੰਢੇ ਗਿਆ। ਦਿਜ ਦੇਖ ਦੋਉ ਕਰ ਦਾਤ ਗਹਿ, ਅਤੇ ਬ੍ਰਾਹਮਣ ਨੂੰ ਵੇਖ ਕੇ ਰਾਜੇ ਨੇ ਦੋਵੇਂ ਹੱਥ ਦੰਦਾਂ ਨਾਲ ਦਬਾ ਲਏ, ਭਾਵ ਰਾਜਾ ਦੁੱਖ ਨਾਲ ਉਦਾਸ ਹੋ ਗਿਆ। ਸਰਵਣ ਬਾਜ, ਸ਼ਰਵਣ ਨੇ ਕਿਹਾ, ਕਛੁ ਪ੍ਰਾਣ ਰਹੇ ਤਹਿ ਮਧ ਤਨਨ, ਸ਼ਰਵਣ ਦੇ ਸਰੀਰ ਵਿੱਚ ਅਜੇ ਕੁਝ ਪ੍ਰਾਣ ਰਹਿੰਦੇ ਸਨ।
ਨਿਕਰੰਤ ਕਹਾਂ ਜਿਯ ਵਿਪਰ ਨਿਰਪਨ। ਬ੍ਰਾਹਮਣ ਦੀ ਦੇਹ ਵਿੱਚੋਂ ਨਿਕਲਦਿਆਂ ਪ੍ਰਾਣਾਂ ਨੇ ਰਾਜੇ ਨੂੰ ਕਿਹਾ, ਮੁਰਤਾਤ ਰੂ ਮਾਤ ਨ੍ਰਿਛਜ ਪਰੇ। ਮੇਰੇ ਅੰਨੇ ਨ੍ਰਿਛਜ ਮਾਤਾ ਪਿਤਾ ਫਲਾਣੀ ਥਾਂ ਉੱਤੇ ਪਏ ਹਨ, ਤਹਿ ਪਾਨ ਪਿਆਏ ਨਿਰਪਾਦ ਮਰੇ। ਹੇ ਨੀਚ ਰਾਜੇ, ਉਹਨਾਂ ਨੂੰ ਪਾਣੀ ਪਿਲਾ ਦੇ। ਪਾਦੜੀ ਛੰਦ। ਬਿਨ ਛਜ ਭੂਪ ਦਊ ਤਾਤ ਮਾਤ। ਹੇ ਰਾਜਨ, ਮੇਰੇ ਦੋਵੇਂ ਮਾਤਾ ਪਿਤਾ ਅੱਖਾਂ ਤੋਂ ਅੰਨੇ ਹਨ। ਤੈਨੂੰ ਇਹੀ ਗੱਲ ਕਹਿੰਦਾ ਹਾਂ, ਤਿਨ ਦੇਹ ਪਾਨ ਤੋਹ ਕਹੂੰ ਬਾਤ। ਤੂੰ ਉਹਨਾਂ ਨੂੰ ਜਾ ਕੇ ਪਾਣੀ ਪਿਲਾ ਦੇ। ਮਮ ਕਥਾ ਨ ਤਿਨ ਕਹਿਓ ਪ੍ਰਬੀਨ। ਹੇ ਸੁਜਾਨ, ਮੇਰੀ ਕਥਾ ਉਹਨਾਂ ਨੂੰ ਨਾ ਕਹੀਂ। ਸੁਨ ਮਰਿਓ ਪੁੱਤਰ ਤਿਉ ਹੋਏ ਛੀਨ। ਕਿਉਂਕਿ ਉਹ ਪੁੱਤਰ ਦਾ ਮਰਨਾ ਸੁਣਦਿਆਂ ਨਿਰਬਲ ਹੋ ਕੇ ਮਰ ਜਾਣਗੇ। ਇਹ ਬਾਤ ਜਬੇ ਦਿਜ ਕਹੇ ਬੈਨ। ਜਦੋਂ ਬ੍ਰਾਹਮਣ ਨੇ ਇਸ ਤਰ੍ਹਾਂ ਦੇ ਬਚਨ ਕਹੇ, ਜਲ ਸੁਨਤ ਪੂਪ ਚੁਵੇ ਚਲੇ ਨੈਣ। ਤਾਂ ਸੁਣਦਿਆਂ ਹੀ ਰਾਜੇ ਦੀਆਂ ਅੱਖਾਂ ਵਿੱਚੋਂ ਜਲ ਚੋਣ ਲੱਗਿਆ। ਤ੍ਰਿਗਮੋਹ ਜਿਨ ਸੁ ਕੀਨੋ ਕੁਕਰਮ। ਦਸ਼ਰਥ ਨੇ ਕਿਹਾ, ਮੈਨੂੰ ਤ੍ਰਿਕਾਰ ਹੈ ਜਿਸ ਨੇ ਅਜਿਹਾ ਮਾੜਾ ਕਰਮ ਕੀਤਾ ਹੈ। ਹਤ ਪਇਓ ਰਾਜ ਅਰ ਗਇਓ ਧਰਮ। ਜਿਸ ਕਰਕੇ ਰਾਜ ਨਸ਼ਟ ਹੋ ਗਿਆ ਹੈ ਅਤੇ ਧਰਮ ਭ੍ਰਸ਼ਟ ਹੋ ਗਿਆ ਹੈ। ਜਬ ਲਇਓ ਭੂਪ ਤਹਿ ਸਰ ਨਿਕਾਰ। ਜਦੋਂ ਰਾਜੇ ਨੇ ਉਸਦੀ ਦੇਹ ਵਿੱਚੋਂ ਤੀਰ ਕੱਢ ਲਿਆ, ਤਬ ਤਜੇ ਪ੍ਰਾਣ ਮੁਨ ਬਰ ਉਦਾਰ। ਤਦੇ ਮਹਾਨ ਮੁਨੀ ਨੇ ਪ੍ਰਾਣ ਤਿਆਗ ਦਿੱਤੇ। ਪੁਨ ਪਇਓ ਰਾਵ ਮਨ ਮੈਂ ਉਦਾਸ। ਫਿਰ ਰਾਜਾ ਮਨ ਵਿੱਚ ਉਦਾਸ ਹੋ ਗਿਆ। ਗ੍ਰਹਿ ਪਲਟ ਜਾਣ ਕੀ ਤਜੀ ਆਸ। ਅਤੇ ਘਰ ਨੂੰ ਪਰਤਣ ਦੀ ਆਸ ਹੀ ਛੱਡ ਦਿੱਤੀ। ਜੇ ਠੱਟੀ ਕੀ ਤਾਰੋ ਜੋਗ ਭੇਸ। ਮਨ ਵਿੱਚ ਤਾਰ ਲਿਆ ਕਿ ਯੋਗ ਭੇਸ ਨੂੰ ਤਾਰ ਲਵਾਂ। ਕਹੂੰ ਬਸੋ ਜਾਏ ਬਨ ਤਿਆਗ ਦੇਸ। ਅਤੇ ਦੇਸ਼ ਨੂੰ ਤਿਆਗ ਕੇ ਕਿਤੇ ਜੰਗਲਾਂ ਵਿੱਚ ਜਾ ਬਸਾਂ। ਕਹਿ ਕਾਜ ਮੋਰ ਯਹ ਰਾਜ ਸਾਜ। ਮੇਰਾ ਇਹ ਰਾਜ ਸਾਜ ਕਿਸ ਕੰਮ ਹੈ। ਦਿਜ ਮਾਰ ਕੀਓ ਜਿਨ ਅਸ ਕੁਕਾਜ। ਜਿਸਨੇ ਬ੍ਰਾਹਮਣ ਨੂੰ ਮਾਰ ਕੇ ਇਸ ਤਰ੍ਹਾਂ ਦਾ ਕੁਕਰਮ ਕੀਤਾ ਹੈ। ਇਹ ਪਾਤ ਕਹੀ ਪੁਨ ਨ੍ਰਿਪ ਪ੍ਰਬੀਨ। ਸੁਜਾਨ ਰਾਜੇ ਨੇ ਫਿਰ ਇਸ ਤਰ੍ਹਾਂ ਦੀ ਗੱਲ ਕਹੀ, ਸਭ ਜਗਤ ਕਾਲ ਕਰ ਮੇਂ ਅਧੀਨ। ਕਿ ਸਾਰੇ ਜਗਤ ਦੀ ਕਿਰਿਆ ਕਾਲ ਦੇ ਅਧੀਨ ਹੈ। ਅਬ ਕਰੋ ਕਛੁ ਐਸੋ ਉਪਾਏ। ਹੁਣ ਕੁਛ ਅਜਿਹਾ ਉਪਾਅ ਕਰਾਂ, ਜਾਤੇ ਸੂ ਬਚੇ ਤਹਿ ਤਾਤ ਮਾਏ। ਜਿਸ ਨਾਲ ਉਸਦੇ ਮਾਤਾ ਪਿਤਾ ਬਚ ਜਾਣ। ਪਰ ਲਇਓ ਕੁੰਭ ਸਿਰ ਪੈ ਉਠਾਏ। ਰਾਜੇ ਨੇ ਘੜੇ ਨੂੰ ਪਾਣੀ ਨਾਲ ਭਰ ਕੇ ਸਿਰ ਉੱਤੇ ਚੁੱਕ ਲਿਆ। ਤਹਿ ਗਇਓ ਜਹਾਂ ਦਿਜ ਤਾਤ ਮਾਏ। ਅਤੇ ਉੱਥੇ ਗਿਆ ਜਿੱਥੇ ਬ੍ਰਾਹਮਣ ਦੇ ਮਾਤਾ ਪਿਤਾ ਪਏ ਸਨ। ਜਬ ਗਇਓ ਨਿਕਟ ਤਿਨ ਕੇ ਸੁਤਾਰ। ਜਦ ਸਾਵਧਾਨੀ ਨਾਲ ਉਹਨਾਂ ਦੇ ਨੇੜੇ ਗਿਆ, ਤਬ ਲਖੀ ਦੁਹੂੰ ਤਹਿ ਪਾਵ ਚਾਰ। ਤਦ ਉਹਨਾਂ ਦੋਹਾਂ ਨੇ ਉਸਦੇ ਪੈਰਾਂ ਦੀ ਆਹਟ ਸੁਣ ਲਈ। ਦਿਜ ਬਾਚ ਰਾਜਾ ਸੋਂ। ਬ੍ਰਾਹਮਣ ਨੇ ਰਾਜੇ ਪ੍ਰਤੀ ਕਿਹਾ। ਪਾਦੜੀ ਛੰਦ। ਕਹਾ ਕਹੋ ਪੁੱਤਰ ਲਾਗੀ ਅਵਾਰ। ਹੇ ਪੁੱਤਰ, ਦੱਸ ਦੇਰੀ ਕਿਉਂ ਲੱਗੀ ਹੈ। ਸੁਨ ਰਹਿਓ ਮੌਨ ਭੂਪਤ ਉਦਾਰ। ਇਹ ਸੁਣ ਕੇ ਭਲਾ ਰਾਜਾ ਚੁੱਪ ਕਰ ਗਿਆ। ਇਹ ਸੁਣ ਕੇ ਭਲਾ ਰਾਜਾ ਚੁੱਪ ਕਰ ਰਿਹਾ। ਫਿਰ ਕਹਿਓ
ਕਾਹੇ ਬੋਲਤ ਨਾ ਪੂਤ। ਬ੍ਰਾਹਮਣ ਨੇ ਮੁੜ ਕਿਹਾ, ਪੁੱਤਰ ਬੋਲਦਾ ਕਿਉਂ ਨਹੀਂ? ਚੁੱਪ ਰਹੇ ਰਾਜ ਲਹਿ ਕੈ ਕਸੂਤ। ਕਸੂਤੀ ਸਥਿਤੀ ਸਮਝ ਕੇ ਰਾਜਾ ਚੁੱਪ ਕਰ ਰਿਹਾ। ਨ੍ਰਿਪ ਦਿਓ ਪਾਨ ਤਹਿ ਪਾਨ ਜਾਏ। ਰਾਜੇ ਨੇ ਉਸਦੇ ਹੱਥ ਵਿੱਚ ਜਾ ਕੇ ਪਾਣੀ ਫੜਾ ਦਿੱਤਾ। ਚੱਕ ਰਹੇ ਅੰਧ ਤਹਿ ਕਰ ਛੁਆਏ। ਅੰਨਾ ਬ੍ਰਾਹਮਣ ਉਸਦੇ ਹੱਥਾਂ ਨੂੰ ਛੋ ਕੇ ਹੈਰਾਨ ਹੋ ਗਿਆ। ਕਰ ਕੋਪ ਕਹਿਓ ਤੂੰ ਆਹ ਕੋਏ। ਫਿਰ ਕ੍ਰੋਧ ਕਰਕੇ ਕਿਹਾ, ਸੱਚ ਦੱਸ ਤੂੰ ਕੌਣ ਹੈ? ਇਮ ਸੁਨਤ ਸ਼ਬਦ ਨ੍ਰਿਪ ਦਿਓ ਰੋਏ। ਇਸ ਤਰ੍ਹਾਂ ਦਾ ਬੋਲ ਸੁਣਦਿਆਂ ਹੀ ਰਾਜਾ ਰੋ ਪਿਆ। ਰਾਜਾ ਬਾਚ ਦਿਜ ਸੋਂ। ਰਾਜੇ ਨੇ ਬ੍ਰਾਹਮਣ ਪ੍ਰਤੀ ਕਿਹਾ। ਪਾਦੜੀ ਛੰਦ। ਹਉ ਪੁੱਤਰ ਕਾਤ ਤਵ ਬ੍ਰਾਹਮਣੇਸ। ਹੇ ਸ਼੍ਰੇਸ਼ਟ ਬ੍ਰਾਹਮਣ, ਮੈਂ ਤੇਰੇ ਪੁੱਤਰ ਦਾ ਕਾਤਕ ਹਾਂ। ਜਹ ਹਨਿਓ ਸ਼ਰਵਣ ਤਵ ਸੁਤ ਸੁਦੇਸ। ਜਿਸਨੇ ਤੇਰੇ ਸ਼ਰਵਣ ਪੁੱਤਰ ਨੂੰ ਆਪਣੇ ਦੇਸ਼ ਵਿੱਚ ਮਾਰਿਆ ਹੈ। ਮੈਂ ਪਰਿਓ ਸਰਣ ਦਸਰਥ ਰਾਏ। ਮੈਂ ਦਸ਼ਰਥ ਰਾਜਾ ਤੇਰੀ ਚਰਨੀ ਪਿਆ ਹਾਂ। ਚਾਹੋ ਸੂ ਕਰੋ ਮੋਹ ਬਿਬ ਆਏ। ਹੇ ਬ੍ਰਾਹਮਣ, ਜੋ ਕਰਨਾ ਚਾਹੋ ਉਹੀ ਮੇਰੇ ਨਾਲ ਵਰਤਾਓ ਕਰੋ। ਰਾਖੇ ਤੂੰ ਰਾਖ, ਮਾਰੇ ਤੂੰ ਮਾਰ। ਰੱਖਣਾ ਚਾਹੋ ਤਾਂ ਰੱਖੋ, ਮਾਰਨਾ ਚਾਹੋ ਤਾਂ ਮਾਰੋ। ਮੈਂ ਪਰੋ ਸਰਣ ਤੁਮਰੇ ਦੁਆਰ। ਮੈਂ ਤੁਹਾਡੇ ਦਰ ਤੇ ਸ਼ਰਣੀ ਪਿਆ ਹਾਂ। ਤਬ ਕਹੀ ਕਿਨੋ ਦਸਰਥ ਰਾਏ। ਤਦ ਉਹਨਾਂ ਦੋਹਾਂ ਨੇ ਦਸ਼ਰਥ ਰਾਜੇ ਨੂੰ ਕਿਹਾ, ਬਹੁ ਕਾਸ਼ਟ ਅਗਨ ਦਵੈ ਦੇ ਮੰਗਾਏ। ਬਹੁਤ ਸਾਰੀਆਂ ਲੱਕੜਾਂ ਅਤੇ ਅੱਗ, ਇਹ ਦੋਵਾਂ ਚੀਜ਼ਾਂ ਮੰਗਵਾ ਦੇ। ਤਬ ਲਿਓ ਅਧਿਕ ਕਾਸ਼ਟ ਮੰਗਾਏ। ਤਦ ਬਹੁਤ ਸਾਰੀਆਂ ਲੱਕੜਾਂ ਮੰਗਵਾ ਲਈਆਂ। ਚੜ ਬੈਠੇ ਤਹਾਂ ਸਲਹਰਹ ਕਉ ਬਣਾਏ। ਉਹਨਾਂ ਦੀ ਚਿੱਖਾਂ ਸਲ ਬਣਾ ਕੇ ਦੋਵਾਂ ਉਸ ਉੱਤੇ ਚੜ ਬੈਠੇ। ਚਹੂੰ ਔਰ ਦਈ ਜੁਆਲਾ ਜਗਾਏ। ਦੋਹਾਂ ਪਾਸਿਆਂ ਤੋਂ ਅੱਗ ਮਚਾ ਦਿੱਤੀ। ਦਿਜ ਜਾਨ ਗਈ ਪਾਵਕ ਸਿਰਾਏ। ਪਰ ਬ੍ਰਾਹਮਣ ਜਾਣ ਕੇ ਅੱਗ ਠੰਡੀ ਹੋ ਗਈ। ਤਬ ਜੋਗ ਅਗਨ ਤਨ ਤੇ ਉਪਰਾਜ। ਤਦ ਉਹਨਾਂ ਨੇ ਆਪਣੇ ਸਰੀਰ ਤੋਂ ਯੋਗ ਅਗਨੀ ਪੈਦਾ ਕੀਤੀ। ਦੁਹੂੰ ਮਰਨ ਜਰਨ ਕੋ ਸਜਿਓ ਸਾਜ। ਅਤੇ ਦੋਹਾਂ ਨੇ ਸੜ ਕੇ ਮਰਨ ਦਾ ਸਾਜ ਬਣਾ ਲਿਆ। ਤੇ ਪਸਮ ਪਏ ਤਹਿ ਬੀਚ ਆਪ। ਉਸ ਵਿੱਚ ਉਹ ਆਪ ਪਸਮ ਹੋ ਗਏ। ਤਹਿ ਕੋਪ ਦੁਹੂੰ ਨ੍ਰਿਪ ਦਿਓ ਸਰਾਪ। ਅਤੇ ਉਹਨਾਂ ਦੋਹਾਂ ਨੇ ਕ੍ਰੋਧ ਕਰਕੇ ਰਾਜੇ ਨੂੰ ਸ਼ਰਾਪ ਦਿੱਤਾ। ਦਿਜ ਬਾਚ ਰਾਜਾ ਸੋਂ। ਬ੍ਰਾਹਮਣ ਰਾਜੇ ਪ੍ਰਤੀ ਬੋਲਿਆ। ਪਾਦੜੀ ਛੰਦ। ਜਿਮ ਤਜੇ ਪ੍ਰਾਣ ਹਮ ਸੁਤ ਵਿਛੋਈ। ਜਿਸ ਤਰ੍ਹਾਂ ਅਸੀਂ ਦੋਹਾਂ ਨੇ ਪੁੱਤਰ ਦੇ ਵਿਛੋੜੇ ਵਿੱਚ ਪ੍ਰਾਣ ਤਿਆਗੇ ਹਨ। ਤਿਮ ਲਗੋ ਸਰਾਪ ਸੁਨ ਪੂਪ ਤੋਹੀ। ਹੇ ਰਾਜਨ, ਸੁਣੋ, ਤੁਹਾਨੂੰ ਸਾਡਾ ਇਹੀ ਸਰਾਪ ਲੱਗੇ। ਇਮ ਪਾਖ ਜਰਿਓ ਦਿਜ ਸਹਿਤ ਨਾਰ। ਇਸ ਤਰ੍ਹਾਂ ਕਹਿ ਕੇ ਬ੍ਰਾਹਮਣ ਇਸਤਰੀ ਸਮੇਤ ਸੜ ਗਿਆ। ਤਜ ਦੇਹ ਕੀਓ ਸੁਰਪੁਰ ਬਿਹਾਰ। ਤਜ ਦੇਹ ਕੀਓ ਸੁਰਪੁਰ ਬਿਹਾਰ। ਅਤੇ ਦੇਹ ਨੂੰ ਤਿਆਗ ਕੇ ਸਵਰਗ ਵੱਲ ਚਲਾ ਗਿਆ। ਰਾਜਾ ਬਾਜ। ਤਦ ਰਾਜੇ ਨੇ ਕਿਹਾ। ਪਾਦੜੀ ਛੰਦ। ਤਬ ਚਹੀ ਪੂਪ
ਹਉਆਂ ਜਰੋ ਆਜ। ਰਾਜੇ ਨੇ ਚਾਹਿਆ ਕਿ ਮੈਂ ਵੀ ਅੱਜ ਹੀ ਸੜ ਜਾਵਾਂ। ਕਹਿ ਅਥਿਤ ਹਉਆਂ ਤਜ ਰਾਜ ਸਾਜ। ਜਾਂ ਰਾਜ ਸਾਜ ਛੱਡ ਕੇ ਜੋਗੀ ਅਤਿਥੀ ਹੋ ਜਾਵਾਂ। ਕਹਿ ਗ੍ਰਹਿ ਜੈ ਕੈ ਕਰਹੁ ਉਚਾਰ। ਕਹਿ ਗ੍ਰਹਿ ਜੈ ਕੈ ਕਰਹੁ ਉਚਾਰ। ਜਾਂ ਕਰ ਜਾ ਕੇ ਇਹ ਕਹਿ ਦੇਵਾਂ ਕਿ ਮੈਂ ਦਿਜ ਆਇਓ ਨਿਜ ਕਰ ਸੰਘਾਰ। ਮੈਂ ਆਪਣੇ ਹੱਥਾਂ ਨਾਲ ਬ੍ਰਾਹਮਣ ਨੂੰ ਮਾਰ ਕੇ ਆਇਆ ਹਾਂ। ਦੇਵ ਬਾਣੀ ਬਾਚ। ਆਕਾਸ਼ ਬਾਣੀ ਹੋਈ। ਪਾਦੜੀ ਛੰਦ। ਤਬ ਪਈ ਦੇਵ ਬਾਣੀ ਬਣਾਏ। ਤਦੋਂ ਭਲੀ ਪ੍ਰਕਾਰ ਦੇਵ ਬਾਣੀ ਹੋਈ। ਜਿਨ ਕਰੋ ਦੁੱਖ ਦਸ਼ਰਥ ਰਾਏ। ਹੇ ਦਸ਼ਰਥ ਰਾਜੇ ਤੁਸੀਂ ਕੋਈ ਦੁੱਖ ਨਾ ਮਨਾ। ਤਬ ਤਾਮ ਹੋਈਗੇ ਪੁੱਤਰ ਬਿਸਨ। ਤੇਰੇ ਘਰ ਵਿੱਚ ਵਿਸ਼ਨੂੰ ਭਗਵਾਨ ਪੁੱਤਰ ਰੂਪ ਵਿੱਚ ਪੈਦਾ ਹੋਣਗੇ। ਸਭ ਕਾਜ ਆਜ ਸਿੱਧ ਪਏ ਜਿਸਨ। ਅਤੇ ਸਾਰੇ ਦੇਵਤਿਆਂ ਜਿਸਨ ਦੇ ਰਾਜ ਸਿੱਧ ਹੋਣਗੇ। ਹੋਇ ਹੈ ਸੋ ਨਾਮ ਰਾਮ ਅਵਤਾਰ। ਰਾਮ ਨਾਮ ਵਾਲਾ ਅਵਤਾਰ ਹੋਵੇਗਾ। ਕਰ ਹੈ ਸੋ ਸਕਲ ਜਗ ਕੋ ਉਧਾਰ। ਜੋ ਸਾਰੇ ਜਗਤ ਦਾ ਉਧਾਰ ਕਰੇਗਾ। ਕਰ ਹੈ ਸੋ ਤਨਕ ਮੈਂ ਦੁਸ਼ਟ ਨਾਸ। ਉਹ ਇੱਕ ਛਿਣ ਵਿੱਚ ਦੁਸ਼ਟਾਂ ਦਾ ਨਾਸ ਕਰੇਗਾ। ਇਹ ਪਾਤ ਕੀਰਤ ਕਰ ਹੈ ਪ੍ਰਕਾਸ਼। ਇਸ ਤਰ੍ਹਾਂ ਨਾਲ ਜਗਤ ਵਿੱਚ ਆਪਣੇ ਯਸ਼ ਦਾ ਪ੍ਰਕਾਸ਼ ਕਰੇਗਾ। ਨਰਾਜ ਛੰਦ। न चिंत पूप चिंत ताम राम राय आए हैं। हे राजन चित्त तो निश्चिंत हो जा। तेरे कर राम राजा आवेगा। दुरंत दुष्ट जीत के सुजैत पत्र पाए हैं। जो तकड़ी दुष्टां नूं जित के विजयी होण दा प्रमाण पत्र पावेगा। अखरब गर्भ जे परे सुसरब गर्भ काल है। हे अथाह अहंकार दे भरे होए जो अथाह अहंकार दे भरे होए ਹਨ ਉਹਨਾਂ ਦਾ ਸਾਰਾ ਅਹੰਕਾਰ ਨਾਸ਼ ਕਰੇਗਾ। ਫਿਰਾਏ ਛਤਰ ਸੀਸ ਪੈ ਛਤੀਸ ਛੋਣ ਪਾਲ ਹੈ। ਉਹ ਆਪਣੇ ਸਿਰ ਉੱਤੇ ਛਤਰ ਫਿਰਾਏਗਾ ਅਤੇ ਰਾਜਾ ਬਣ ਕੇ ਧਰਤੀ ਦਾ ਪਾਲਣ ਪੋਸ਼ਣ ਕਰੇਗਾ। ਅਖੰਡ ਖੰਡ ਖੰਡ ਕੇ ਅਡੰਡ ਡੰਡ ਦੰਡ ਹੈ। ਅਖੰਡ ਖੰਡ ਖੰਡ ਕੇ ਅਡੰਡ ਡੰਡ ਦੰਡ ਹੈ। ਨਾ ਖੰਡੇ ਜਾਣ ਵਾਲਿਆਂ ਦੇ ਟੋਟੇ ਟੋਟੇ ਕਰੇਗਾ, ਨਾ ਛੰਡੇ ਜਾਣ ਵਾਲਿਆਂ ਨੂੰ ਛੰਡ ਦੇਵੇਗਾ। अजीत जीत जीत के बिसेख राज मंड है। अजीत जीत जीत के बिसेख राज मंड है। ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਜਿੱਤ ਕੇ ਵੱਡਾ ਭਾਰਾ ਰਾਜ ਸਥਾਪਿਤ ਕਰੇਗਾ। ਕਲੰਕ ਦੂਰ ਕੈ ਸਭੇ ਨਿਸੰਕ ਲੰਕ ਕਾਇ ਹੈ। ਸਾਰੇ ਕਲੰਕ ਦੂਰ ਕਰੇਗਾ ਅਤੇ ਨਿਸੰਗ ਹੋ ਕੇ ਲੰਕਾ ਨੂੰ ਮਾਰੇਗਾ। ਸੋ ਜੀਤ ਬਾਹ ਬੀਸ ਗਰਭ ਈਸ ਕੋ ਮਿਟਾਏ ਹੈ। 20 ਬਾਵਾਂ ਵਾਲੇ ਰਾਵਣ ਨੂੰ ਜਿੱਤ ਕੇ शिव ਦਾ ਅਹੰਕਾਰ ਮਿਟਾਵੇਗਾ। ਸਿਧਾਰ ਪੂਪ ਤਾਮ ਕੋ ਇਤੋ ਨ ਸੋਕ ਕੋ ਤਰੋ। ਹੇ ਰਾਜਨ ਕਰ ਜਾਓ ਰਤਾ ਜਿੰਨਾ ਵੀ ਸੋਗ ਨਾ ਮੰਨੋ। ਬੁਲਾਏ ਬਿਪ ਛੋਣ ਕੇ ਆਰੰਭ ਜਗ ਕੋ ਕਰੋ। ਅਤੇ
ਧਰਤੀ ਦੇ ਬ੍ਰਾਹਮਣਾਂ ਨੂੰ ਬੁਲਾ ਕੇ ਯੱਗ ਆਰੰਭ ਕਰੋ। ਸੁੜੰਤ ਬੈਣ ਰਾਵ ਰਾਜਤਾਨੀਏ ਸਿਧਾਰੀਅਨ। ਰਾਜਾ ਦਸ਼ਰਥ ਇਹਨਾਂ ਬੋਲਾਂ ਨੂੰ ਸੁਣ ਕੇ ਰਾਜਧਾਨੀ ਨੂੰ ਚਲਾ ਗਿਆ। ਬੁਲਾਏ ਕੈ ਵਸਿਸ਼ਟ ਰਾਜਸੂਈ ਕੋ ਸੁਧਾਰੀਅਨ। ਅਤੇ ਵਸ਼ਿਸ਼ਟ ਨੂੰ ਬੁਲਾ ਕੇ ਰਾਜਸੂय ਯੱਗ ਕਰਨ ਲੱਗਾ। ਅਨੇਕ ਦੇਸ ਦੇਸ ਕੇ ਨਰੇਸ ਬੋਲ ਕਹਿ ਲਏ। ਰਾਜੇ ਦਸ਼ਰਥ ਨੇ ਦੇਸ਼ਾਂ ਦੇਸ਼ਾਂ ਦੇ ਸੈਨਾਪਤੀ ਅਨੇਸ ਬੁਲਾ ਲਏ। ਦਿਜੇਸ ਬੇਸ ਬੇਸ ਕੇ ਛਿਤੇਸ ਤਾਮ ਆ ਗਏ। ਅਤੇ ਤਰ੍ਹਾਂ ਤਰ੍ਹਾਂ ਦੇ ਬ੍ਰਾਹਮਣੇ ਰਾਜੇ ਦਸ਼ਰਥ ਛਿਤੇਸ ਦੇ ਘਰ ਆ ਗਏ। ਅਨੇਕ ਪਾਤ ਮਾਨ ਕੇ ਦੀਵਾਨ ਬੋਲ ਕਹਿ ਲਏ। ਅਨੇਕ ਤਰ੍ਹਾਂ ਦਾ ਮਾਣ ਦੇ ਕੇ ਵਜ਼ੀਰਾਂ ਦੀਵਾਨ ਨੂੰ ਬੁਲਾ ਲਿਆ। ਸੋ ਜਗ ਰਾਜ ਸੋਏ ਕੋ ਆਰੰਭ ਤਾਂ ਦਿਨਾਂ ਪਏ। ਉਸੇ ਦਿਨ ਤੋਂ ਰਾਜਸੂਏ ਯੱਗ ਦਾ ਆਰੰਭ ਹੋ ਗਿਆ। ਸੁਪਾਦ ਅਰਖ ਆਸਨਨ ਅਨੇਕ ਧੂਪ ਦੀਪ ਕੈ। ਚਰਨ ਧੋਣ ਲਈ ਪਾਣੀ, ਆਸਣ, ਧੂਪ, ਦੀਪ ਦੇ ਕੇ। ਪਖਾਰ ਪਾਏ ਬ੍ਰਾਹਮਣ ਪ੍ਰਦਛਣਾ ਬਿਸੇਖ ਦੈ। ਰਾਜੇ ਨੇ ਬ੍ਰਾਹਮਣਾਂ ਦੇ ਚਰਨ ਧੋ ਕੇ ਬਹੁਤ ਪ੍ਰਕਰਮਾਂ ਕੀਤੀਆਂ। ਕਰੋੜ ਕੋਰ ਦਛਨਾ ਦਿਜੇਕ ਏਕ ਕਉ ਦਈ। ਕਰੋੜ ਕਰੋੜ ਰੁਪਇਆ ਦੀ ਦਛਨਾ ਇੱਕ ਇੱਕ ਬ੍ਰਾਹਮਣ ਨੂੰ ਦਿੱਤੀ। ਸੋ ਜਗ ਰਾਜ ਸੋਈ ਕੀ ਆਰੰਭ ਤਾ ਦਿਨਾਂ ਪਈ। ਉਸ ਦਿਨ ਤੋਂ ਰਾਜਸੂਏ ਯੱਗ ਆਰੰਭ ਹੋ ਗਿਆ। ਨਟੇਸ ਦੇਸ ਦੇਸ ਕੇ ਅਨੇਕ ਗੀਤ ਗਾਵਹੀ। ਦੇਸ਼ਾਂ ਦੇਸ਼ਾਂ ਦੇ ਨਟ ਰਾਜ ਆਏ ਜੋ ਅਨੇਕ ਗੀਤ ਗਾਉਂਦੇ ਸਨ। ਅਨੰਤ ਦਾਨ ਮਾਨ ਲੈ ਬਿਸੇਕ ਸੋਭ ਪਾਵਈ। ਰਾਜੇ ਦਸ਼ਰਥ ਤੋਂ ਬੇਅੰਤ ਦਾਨ ਅਤੇ ਮਾਣ ਲੈ ਕੇ ਵੱਡੀ ਸ਼ੋਭਾ ਪਾ ਰਹੇ ਸਨ। ਪ੍ਰਸੰਨ ਲੋਗ ਜੇ ਪਏ ਸੁਜਾਤ ਕੌਣ ਤੇ ਕਹੇ। ਜਿੰਨੇ ਲੋਕ ਪ੍ਰਸੰਨ ਹੋਏ ਸਨ ਉਹਨਾਂ ਦਾ ਬ੍ਰਿਤਾਂਤ ਕਿਸ ਪਾਸੋਂ ਕਿਹਾ ਜਾ ਸਕਦਾ ਹੈ। ਬੇਮਾਨ ਆਸਮਾਨ ਕੇ ਪਛਾਨ ਮੌਨ ਹੋਏ ਰਹੇ। ਵਿਮਾਨ ਆਸਮਾਨ ਕੇ ਪਛਾਨ ਮੌਨ ਹੋਏ ਰਹੇ। ਆਕਾਸ਼ ਦੇ ਦੇਵਤਿਆਂ ਦੇ ਵਿਮਾਨ ਖੁਸ਼ੀ ਨੂੰ ਪਛਾਣ ਕੇ ਚੁੱਪ ਹੋ ਗਏ ਸਨ। ਹੁਤੀ ਜਿਤੀ ਅਪੱਛਰਾ ਚਲੀ ਸਵਰਗ ਛੋੜ ਕੇ। ਇੰਦਰ ਦੇ ਦਰਬਾਰ ਦੀਆਂ ਜਿੰਨੀਆਂ ਅਪਸਰਾਵਾਂ ਹੁੰਦੀਆਂ ਹਨ ਉਹ ਸਭ ਸਵਰਗ ਨੂੰ ਛੱਡ ਕੇ ਚਲੀਆਂ ਆਈਆਂ। ਬਿਸੇਕ ਹਾਏ ਪਾਏ ਕੇ ਨਚੰਤ ਅੰਗ ਮੋੜ ਕੇ। ਖਾਸ ਤਰ੍ਹਾਂ ਦੇ ਹਾਵ ਭਾਵ ਕਰਕੇ ਅਤੇ ਅੰਗ ਮੋੜ ਮੋੜ ਕੇ ਨੱਚਦੀਆਂ ਸਨ। ਬੇਅੰਤ ਰੂਪ ਰਿਝ ਹੀ ਅਨੰਤ ਦਾਨ ਪਾਵਹੀ। ਅਨੇਕਾਂ ਰਾਜੇ ਉਹਨਾਂ ਦਾ ਨਾਚ ਵੇਖ ਕੇ ਖੁਸ਼ ਹੁੰਦੇ ਸਨ ਅਤੇ ਉਹ ਉਹਨਾਂ ਤੋਂ ਬੇਅੰਤ ਦਾਨ ਇਨਾਮ ਪਾਉਂਦੀਆਂ ਸਨ। ਬਿਲੋਕ ਅਛਰਾਨ ਕੋ ਅਪੱਛਰਾ ਲਜਾਵਹੀ। ਨੱਚਣ ਵਾਲਿਆਂ ਨੂੰ ਵੇਖ ਕੇ ਸਵਰਗ ਦੀਆਂ ਅਪਸਰਾਵਾਂ ਲਜਾਉਂਦੀਆਂ ਸਨ। ਅਨੰਤ ਦਾਨ ਮਾਨ ਦੇ ਬੁਲਾਏ ਸੂਰਮਾ ਲਏ। ਕਈ ਤਰ੍ਹਾਂ ਦੇ ਦਾਨ ਅਤੇ ਸਨਮਾਨ ਦੇ ਕੇ ਸੂਰਮਿਆਂ ਨੂੰ ਸੱਦ ਲਿਆ। ਦੁਰੰਤ ਸੈਨ ਸੰਗ ਦੇ ਦਸੋ ਦਸਾ ਪਠੇ ਦਏ। ਅਤੇ ਉਹਨਾਂ ਨੂੰ ਤਕੜੀ ਸੈਨਾ ਦੇ ਕੇ ਦਸਾਂ ਦਿਸ਼ਾਵਾਂ ਵਿੱਚ ਭੇਜ ਦਿੱਤਾ। ਨਰੇਸ ਦੇਸ ਦੇਸ ਕੇ ਨਿਰਪੇਸ ਪਾਏ ਪਾਰੀਅਨ। ਉਹਨਾਂ ਨੇ ਦੇਸ਼ਾਂ ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਕੇ ਮਹਾਰਾਜਾ ਦਸ਼ਰਥ ਦੇ ਚਰਨੀ ਪਾ ਦਿੱਤਾ। ਮਹੇਸ਼ ਜੀਤ ਕੇ ਸਬੇਸੁ ਛਤਰਪਤਰ ਡਾਰੀਅਨ। ਇਸ ਤਰ੍ਹਾਂ ਨਾਲ ਸਾਰਿਆਂ ਰਾਜਿਆਂ ਮਹੇਸ਼ ਨੂੰ ਜਿੱਤ ਕੇ ਦਸ਼ਰਥ ਨੇ ਆਪਣੇ ਸਿਰ ਉੱਪਰ ਛਤਰ ਅਤੇ ਚੌਰ ਚੁਲਵਾਇਆ।
रुआमल छंद। जीत जीत निरपन नरेसुर सत्र मित्र बुलाए। ਦਸ਼ਰਥ ਮਹਾਰਾਜੇ ਨੇ ਸਾਰੇ ਰਾਜਿਆਂ ਨੂੰ ਜਿੱਤ ਜਿੱਤ ਕੇ ਸਾਰੇ ਮਿੱਤਰ ਤੇ ਸ਼ਤਰੂ ਬੁਲਾ ਲਏ। ਬਿਪਰ ਆਦ ਵਿਸਿਸ਼ਟ ਤੇ ਲੈ ਕੇ ਸਭੇ ਰਿਖ ਰਾਏ। ਵਸ਼ਿਸ਼ਟ ਆਦ ਤੋਂ ਲੈ ਕੇ ਸਾਰੇ ਬ੍ਰਾਹਮਣ ਅਤੇ ਰਾਜ ਰਿਸ਼ੀ ਬੁਲਾ ਲਏ। ਕ੍ਰੁੱਧ ਜੁੱਧ ਕਰੇ ਕਨੇ ਅਵਗਾਹ ਗਾਹੇ ਸੁਦੇਸ। ਸੈਨਾ ਨੇ ਕ੍ਰੋਧਵਾਨ ਹੋ ਕੇ ਬੜੇ ਯੁੱਧ ਕੀਤੇ, ਨਾ ਗਾਹੇ ਜਾ ਸਕਣ ਵਾਲੇ ਦੇਸ਼ਾਂ ਨੂੰ ਵੀ ਗਾਹ ਲਿਆ। ਆਨ ਆਨ ਅਵਤੇਸ ਕੇ ਪਗ ਲਾਂਗੀਅਨ ਅਵਨੇਸ। ਸਾਰੇ ਰਾਜੇ ਅਯੋਧਿਆ ਵਿੱਚ ਆ ਕੇ ਦਸ਼ਰਥ ਦੇ ਪੈਰੀ ਪਏ। ਪਾਤ ਪਾਤਨ ਦੈ ਲਏ ਸਨਮਾਨ ਆਨ ਨਿਰਪਾਲ। ਤਰ੍ਹਾਂ ਤਰ੍ਹਾਂ ਦੇ ਪਦਾਰਥ ਰਾਜਿਆਂ ਨੂੰ ਭੇਟਾਂ ਕੀਤੇ ਅਤੇ ਰਾਜੇ ਦਸ਼ਰਥ ਪਾਸੋਂ ਵੀ ਸਨਮਾਨ ਪ੍ਰਾਪਤ ਕੀਤਾ। ਅਰਬ ਖਰਬਨ ਦਰਬ ਦੈ ਗੱਜ ਰਾਜ ਬਾਜ ਵਿਸਾਲ। ਅਰਬਾਂ ਖਰਬਾਂ ਦੀ ਦੌਲਤ ਅਤੇ ਸ਼੍ਰੇਸ਼ਟ ਹਾਥੀ ਅਤੇ ਘੋੜੇ ਵੀ ਬਹੁਤ ਦਿੱਤੇ ਗਏ। ਹੀਰ ਚੀਰਨ ਕੋ ਸਕੇ ਗਨ ਜਟਤ ਜੀਨ ਜਰਾਏ। ਹੀਰਿਆਂ ਜੜੇ ਬਸਤਰ ਅਤੇ ਸੋਨੇ ਦੀਆਂ ਜੜਾਂ ਜ਼ੀਨਾ ਨੂੰ ਕੌਣ ਗਿਣ ਸਕਦਾ ਹੈ। ਪਾਉ ਭੂਖਨ ਕੋ ਕਹੇ ਬਿਦ ਤੇ ਨ ਜਾਤ ਬਤਾਏ। ਅਤੇ ਗਹਿਣਿਆਂ ਦੀ ਮਹਿਮਾ ਕੌਣ ਕਹਿ ਸਕਦਾ ਹੈ, ਬ੍ਰਹਮਾ ਤੋਂ ਵੀ ਦੱਸੀ ਨਹੀਂ ਜਾ ਸਕਦੀ। ਪਸਮ ਬਸਤਰ ਪਟੰਬਰਾਦਿਕ ਦੀਏ ਪੂਪਨ ਪੂਪ। ਪਸ਼ਮ ਅਤੇ ਰੇਸ਼ਮ ਦੇ ਵਸਤਰ ਰਾਜਿਆਂ ਨੂੰ ਰਾਜੇ ਦਸ਼ਰਥ ਨੇ ਦਿੱਤੇ। ਰੂਪ ਅਰੂਪ ਸਰੂਪ ਸੋਭਿਤ ਕਉਨ ਇੰਦਰ ਕਰੂਪ। ਉਹ ਰਾਜੇ ਉਪਮਾ ਤੋਂ ਰਹਿਤ ਰੂਪ ਵਾਲੇ ਸਨ। ਉਹਨਾਂ ਦੇ ਸਰੂਪ ਦੀ ਸ਼ੋਭਾ ਸਾਹਮਣੇ ਇੰਦਰ ਵੀ ਕਰੂਪ ਲੱਗਦਾ ਸੀ। ਦੁਸ਼ਟ ਪੁਸ਼ਟ ਤ੍ਰਸੇ ਸਭੇ ਥਰਹਰਿਓ ਸੁਨ ਗਿਰ ਰਾਏ। ਸਾਰੇ ਵੱਡੇ ਵੱਡੇ ਵੈਰੀ ਕੰਬ ਗਏ। ਦਾਨ ਨੂੰ ਸੁਣ ਕੇ ਸੁਮੇਰ ਪਰਬਤ ਥਿੜਕ ਗਿਆ ਅਤੇ ਕਾਟ ਕਾਟਿਨ ਦੈ ਮੁਛੈ ਨਿਰਪ ਬਾਟ ਬਾਟ ਲੁਟਾਏ। ਸੋਚਣ ਲੱਗਿਆ ਕਿ ਰਾਜਾ ਦਸ਼ਰਥ ਮੈਨੂੰ ਵੀ ਕੱਟ ਕੱਟ ਕੇ ਵੰਡ ਵੰਡ ਕੇ ਕਿਧਰੇ ਲੁਟਾ ਨਾ ਦੇਵੇ। ਬੇਦ ਤੁਨ ਕਰਕੇ ਸਭੇ ਦਿਜ ਕੀਯਸ ਜਗ ਆਰੰਭ। ਵੇਦਾਂ ਦੀ ਧੁਨੀ ਨਾਲ ਸਾਰਿਆਂ ਬ੍ਰਾਹਮਣਾਂ ਨੇ ਯੱਗ ਦਾ ਆਰੰਭ ਕੀਤਾ। ਪਾਤ ਪਾਤ ਬੁਲਾਏ ਹੋਮਤ ਰਿਤ ਜਾਨ ਅਸੰਭ। ਤਰ੍ਹਾਂ ਤਰ੍ਹਾਂ ਦੇ ਪ੍ਰੋਹਿਤ ਰਿਤ ਜਾਨ ਬੁਲਾ ਜੋ ਅਮੋਲਕ ਪਦਾਰਥ ਹੋਮ ਕਰਦੇ ਸਨ। ਅਧਿਕ ਮੁਨੀਬਰ ਜਉ ਕੀਓ ਬਿਦ ਪੂਰਬ ਹੋਮ ਬਣਾਏ। ਬਹੁਤੇ ਮੁਨੀਆਂ ਨੇ ਵਿਧੀ ਪੂਰਵਕ ਬਣਾ ਕੇ ਜੋ ਬਲੀਆਂ ਹੋਮ ਕੀਤੀਆਂ ਸਨ। ਜਗ ਕੁੰਡਹ ਤੇ ਉਠੇ ਤਬ ਜਗ ਪੁਰਖ ਅਕੁਲਾਏ। ਉਹਨਾਂ ਕਰਕੇ ਉਦੋਂ ਹੀ ਯੱਗ ਪੁਰਸ਼ ਵਿਆਕੁਲ ਹੋ ਕੇ ਯੱਗ ਕੁੰਡ ਵਿੱਚੋਂ ਉੱਠ ਖੜੋਤਾ। ਖੀਰ ਪਾਤਰ ਕਢਾਈ ਲੈ ਕਰ ਦੀਨ ਨ੍ਰਿਪ ਕੇ ਆਨ। ਯੱਗ ਪੁਰਸ਼ ਨੇ ਆਪਣੇ ਹੱਥ ਵਿੱਚ ਖੀਰ ਦਾ ਬਰਤਨ ਕੱਢ ਕੇ ਰਾਜੇ ਨੂੰ ਆਣ ਦਿੱਤਾ। ਪੂਪ ਪਾਏ ਪ੍ਰਸੰਨ ਪਇਓ ਜਿਮ ਦਾਰਦੀ ਲੈ ਦਾਨ। ਪੂਪ ਪਾਏ ਪ੍ਰਸੰਨ ਪਇਓ ਜਿਮ ਦਾਰਦੀ ਲੈ ਦਾਨ। ਰਾਜਾ ਦਸ਼ਰਥ ਉਸ ਨੂੰ ਪ੍ਰਾਪਤ ਕਰਕੇ ਇਸ ਤਰ੍ਹਾਂ ਪ੍ਰਸੰਨ ਹੋਇਆ ਜਿਸ ਤਰ੍ਹਾਂ ਕੰਗਲਾ ਦਾਨ ਲੈ ਕੇ ਪ੍ਰਸੰਨ ਹੁੰਦਾ ਹੈ। ਚਤਰ ਭਾਗ ਕਰਿਓ ਤਿਸੈ ਨਿਜ ਪਾਨ ਲੈ ਨਿਰਪਰਾਏ।
ਦਸ਼ਰਥ ਨੇ ਖੀਰ ਨੂੰ ਆਪਣੇ ਹੱਥ ਵਿੱਚ ਲੈ ਕੇ ਉਸ ਦੇ 4 ਹਿੱਸੇ ਕਰ ਦਿੱਤੇ। ਇੱਕ ਇੱਕ ਦਇਓ ਦਹੂ ਤ੍ਰਿਏ ਏਕ ਕੋ ਦੋਏ ਪਾਏ। ਇੱਕ ਇੱਕ ਹਿੱਸਾ ਦੋਹਾਂ ਰਾਣੀਆਂ ਨੂੰ ਦਿੱਤਾ ਅਤੇ ਇੱਕ ਰਾਣੀ ਸੁਮਿਤਰਾ ਨੂੰ 2 ਹਿੱਸੇ ਦੇ ਦਿੱਤੇ। ਗਰਭਵੰਤ ਪਈ ਤ੍ਰਿਓ ਤ੍ਰਿय ਖੀਰ ਕੋ ਕਰ ਪਾਨ। ਉਸ ਖੀਰ ਨੂੰ ਪੀਣ ਨਾਲ ਤਿੰਨੋਂ ਇਸਤਰੀਆਂ ਗਰਭਵਤੀ ਹੋ ਗਈਆਂ। ਤਾਹੇ ਰਾਖਤ ਪੀ ਪਲੋ 10 ਦੋਏ ਮਾਸ ਪ੍ਰਮਾਨ। 12 ਮਹੀਨੇ ਤੱਕ ਉਹਨਾਂ ਨੇ ਉਸ ਗਰਭ ਨੂੰ ਧਾਰਨ ਕੀਤੀ ਰੱਖਿਆ। ਮਾਸ ਤ੍ਰਿयोदशमों ਚੜਿਓ ਤਬ ਸੰਤਨ ਹੇਤ ਉਧਾਰ। 13ਵਾਂ ਮਹੀਨਾ ਜਦ ਚੜ੍ਹਿਆ ਤਾਂ ਸੰਤਾਂ ਦੇ ਉਧਾਰ ਲਈ ਰਾਵਣਾਰ ਪ੍ਰਗਟ ਪਏ ਜਗ ਆਨ ਰਾਮ ਅਵਤਾਰ। ਰਾਵਣ ਦੇ ਵੈਰੀ ਰਾਮ ਅਵਤਾਰ ਜਗਤ ਵਿੱਚ ਆ ਕੇ ਪ੍ਰਗਟ ਹੋਏ। ਭਰਤ ਲਛਮਨ ਸ਼ਤਰੁਘਨ ਪੁਨ ਪਏ 3 ਕੁਮਾਰ। ਫਿਰ ਭਰਤ ਲਛਮਨ ਤੇ ਸ਼ਤਰੁਘਨ 3 ਕੁਮਾਰ ਹੋਰ ਹੋਏ। ਪਾਤ ਪਾਤਨ ਬਾਜੀਅਨ ਨ੍ਰਿਪ ਰਾਜ ਬਾਜਨ ਦੁਆਰ। ਰਾਜੇ ਦੇ ਦੁਆਰ ਤੇ ਕਈ ਤਰ੍ਹਾਂ ਦੇ ਵਾਜੇ ਵੱਜਣ ਲੱਗੇ। ਪਾਏ ਲਾਗ ਬੁਲਾਏ ਬਿਪਨ ਦੀਨ ਦਾਨ ਦੁਰੰਤ। ਬ੍ਰਾਹਮਣਾਂ ਨੂੰ ਬੁਲਾ ਕੇ ਉਹਨਾਂ ਦੇ ਪੈਰੀ ਲੱਗ ਕੇ ਬਹੁਤ ਦਾਨ ਦਿੱਤੇ। ਸਤਰ ਨਾਸਤ ਹੋਈ ਗੇ ਸੁਖ ਪਾਏ ਹੈ ਸਭ ਸੰਤ। ਹੁਣ ਵੈਰੀ ਨਸ਼ਟ ਹੋਣਗੇ ਅਤੇ ਸਭ ਸੰਤ ਸੁਖ ਪਾਣਗੇ। ਲਾਲ ਜਾਲ ਪ੍ਰਵੇਸ਼ਟ ਰਿਖਬਰ ਬਾਜ ਰਾਜ ਸਮਾਜ। ਲਾਲਾ ਦੇ ਜਾਲਾਂ ਵਿੱਚ ਸਜੇ ਘੋੜੇ। ਪਾਤ ਪਾਤਿਨ ਦੇਤ ਪਇਓ ਦਿਜ ਪਤਨ ਕੋ ਨ੍ਰਿਪਰਾਜ। ਅਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਰਿਸ਼ੀਆਂ ਅਤੇ ਸ਼੍ਰੋਮਣੀ ਬ੍ਰਾਹਮਣਾਂ ਨੂੰ ਮਹਾਰਾਜ ਦਸ਼ਰਥ ਨੇ ਦਿੱਤੇ। ਦੇਸ ਔਰ ਵਿਦੇਸ ਪੀਤਰ ਠੌਰ ਠੌਰ ਮਹੰਤ। ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਥਾਂ ਥਾਂ ਦੇ ਮਹੰਤ ਨੱਚ ਉੱਠੇ ਸਨ। ਨਾਚ ਨਾਚ ਉੱਠੇ ਸਭੇ ਜਨ ਆਜ ਲਾਗ ਬਸੰਤ। ਉਹਨਾਂ ਦੇ ਭਾਣੇ ਮਾਨੋ ਅੱਜ ਘਰ ਵਿੱਚ ਹੋਲੀ ਮਚ ਗਈ ਹੋਵੇ। ਕਿੰਕਣੀਣ ਕੇ ਜਾਲ ਪੂਖਤ ਬਾਜ ਔ ਗਜਰਾਜ। ਘੁੰਗਰੀਆਂ ਦੇ ਜਾਲ ਨਾਲ ਸ਼ਿੰਗਾਰੇ ਹੋਏ ਘੋੜਿਆਂ ਅਤੇ ਹਾਥੀਆਂ ਨੂੰ ਸਾਜ ਸਾਜ ਦੇ ਦਿਜੇਸਨ ਆਜ ਕੌਸਲ ਰਾਜ। ਸਜਾ ਸਜਾ ਕੇ ਰਾਜਾ ਦਸ਼ਰਥ ਅੱਜ ਬ੍ਰਾਹਮਣਾਂ ਨੂੰ ਦਾਨ ਦੇ ਰਿਹਾ ਸੀ। ਰੰਕ ਰਾਜ ਪਏ ਕਨੇ ਤਹਿ ਰੰਕ ਰਾਜਨ ਜੈਸ। ਜੋ ਮਹਾਂ ਕੰਗਾਲ ਸਨ ਉਹ ਕੰਗਲੇ ਲੋਕ ਰਾਜਿਆਂ ਵਰਗੇ ਹੋ ਗਏ ਸਨ। ਰਾਮ ਜਨਮਤ ਪਇਓ ਉਤਸਵ ਔਧਪੁਰ ਮੈਂ ਐਸ। ਅਉਧਿਆ ਵਿੱਚ ਰਾਮ ਦੇ ਜਨਮ ਦਾ ਉਤਸਵ ਇਸ ਤਰ੍ਹਾਂ ਹੋਇਆ ਸੀ। ਅਯੋਧਿਆ ਵਿੱਚ ਰਾਮ ਦੇ ਜਨਮ ਦਾ ਉਤਸਵ ਇਸ ਤਰ੍ਹਾਂ ਹੋਇਆ ਸੀ। ਦੁਦੰਭ ਔਰ ਮ੍ਰਿਦੰਗ ਤੂਰ ਤੁਰੰਗ ਤਾਨ ਅਨੇਕ। ਧੌਂਸੇ ਮ੍ਰਿਦੰਗ ਤੂਰ ਤਰੰਗ ਤੇ ਬੀਨ ਆਦਿ ਅਨੇਕਾਂ ਵਾਜੇ ਵੱਜਦੇ ਸਨ। ਬੀਨ ਬੀਨ ਬਜੰਤ ਛੀਨ ਪ੍ਰਬੀਨ ਬੀਨ ਬਿਸੇਕ। ਜਿਨ੍ਹਾਂ ਦੀ ਵਿਸ਼ੇਸ਼ ਕਰਕੇ ਬਾਰੀਕ ਆਵਾਜ਼ ਤੇ ਉੱਚੀ ਆਵਾਜ਼ ਸੁਣਾਈ ਦਿੰਦੀ ਸੀ। ਛਾਛ ਬਾਰ ਤਰੰਗ ਤੁਰਹੀ ਪੇਰਨਾਦ ਨਿਆਨ। ਛੰਝ ਬਾਰ ਤਰੰਗ ਤੁਰੀ ਭੇਰੀ ਅਤੇ
ਸੂਤਰੀ ਨਗਾਰੇ ਵੱਜਦੇ ਸਨ। ਮੋਹ ਮੋਹ ਗਿਰੇ ਧਰਾ ਪਰ ਸਰਬ ਬਿਓਮ ਬਿਵਾਨ। ਅਜਿਹੇ ਰਾਗ ਰੰਗ ਨੂੰ ਸੁਣ ਕੇ ਸਾਰੇ ਦੇਵਤੇ ਮੋਹਿਤ ਹੋ ਕੇ ਵਿਮਾਨਾਂ ਤੇ ਧਰਤੀ ਤੇ ਡਿੱਗ ਰਹੇ ਸਨ। ਜਤਰ ਤਤਰ ਵਿਦੇਸ ਦੇਸਨ ਹੋਤ ਮੰਗਲਚਾਰ। ਜਿੱਥੇ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਮੰਗਲਾਚਾਰ ਹੋ ਰਿਹਾ ਸੀ। ਬੈਠ ਬੈਠ ਕਰੇ ਲਗੇ ਸਭ ਵਿਪਰ ਵੇਦ ਵਿਚਾਰ। ਸਭ ਬ੍ਰਾਹਮਣ ਥਾਂ ਥਾਂ ਬੈਠ ਕੇ ਵੇਦ ਦਾ ਵਿਚਾਰ ਕਰਨ ਵਿੱਚ ਰੁੱਝੇ ਹੋਏ ਸਨ। ਧੂਪ ਦੀਪ ਮਹੀਪ ਗ੍ਰਹਿ ਸਨੇਹ ਦੇਤ ਬਨਾਏ। ਰਾਜ ਭਵਨ ਉੱਤੇ ਧੂਪ ਦੀਪ ਵਿੱਚ ਲੋਕੀ ਪ੍ਰੇਮ ਦਾ ਤੇਲ ਪਾ ਰਹੇ ਸਨ। ਫੂਲ ਫੂਲ ਫਿਰੇ ਸਭੇ ਗਣ ਦੇਵ ਦੇਵਨ ਰਾਏ। ਗਣ ਦੇਵਤੇ ਤੇ ਦੇਵ ਰਾਜ ਇੰਦਰ ਫੁੱਲੇ ਫੁੱਲੇ ਫਿਰ ਰਹੇ ਸਨ। ਆਜ ਕਾਜ ਪਏ ਸਭੇ ਇਹ ਪਾਤ ਬੋਲਤ ਬੈਨ। ਅੱਜ ਸਾਡੇ ਸਾਰੇ ਕੰਮ ਹੋ ਗਏ ਹਨ। ਆਪਸ ਵਿੱਚ ਦੇਵਤੇ ਇਸ ਤਰ੍ਹਾਂ ਦੇ ਬੋਲ ਬੋਲਦੇ ਸਨ। ਭੂਮ ਭੂਰ ਉਠੀ ਜਯਤ ਤੁਨ ਬਾਜ ਬਾਜਤ ਗਿਆਨ। ਧਰਤੀ ਉੱਤੇ ਜੈ ਜੈਕਾਰ ਦੀ ਜ਼ੋਰ ਦੀ ਆਵਾਜ਼ ਹੋ ਰਹੀ ਸੀ। ਆਕਾਸ਼ ਵਿੱਚ ਵਾਜੇ ਵੱਜਦੇ ਸਨ। ਐਨ ਐਨ ਤੁਜਾ ਬਦੀ ਸਭ ਬਾਟ ਬੰਧਨਵਾਰ। ਘਰ ਘਰ ਉੱਤੇ ਝੰਡੀਆਂ ਬੰਨੀਆਂ ਹੋਈਆਂ ਸਨ ਅਤੇ ਸਾਰੇ ਰਸਤਿਆਂ ਵਿੱਚ ਬੰਧਨਵਾਰ ਸਜੀ ਹੋਈ ਸੀ। ਲੀਪ ਲੀਪ ਤਰੇ ਮਲਿਆਗਰ ਹਾਟ ਪਾਟ ਬਚਾਰ। ਬਾਜ਼ਾਰ ਵਿੱਚ ਦੁਕਾਨ ਦੇ ਦਰਵਾਜ਼ੇ ਚੰਦਨ ਨਾਲ ਲਿੰਬ ਪੋਚ ਦਿੱਤੇ ਗਏ ਸਨ। ਸਾਜ ਸਾਜ ਤੁਰੰਗ ਕੰਚਨ ਦੇਤ ਦੀਨਨ ਦਾਨ। ਘੋੜਿਆਂ ਨੂੰ ਸੋਨੇ ਦੇ ਸਾਜ ਨਾਲ ਸਜਾ ਕੇ ਗਰੀਬਾਂ ਨੂੰ ਦਾਨ ਕੀਤਾ ਜਾ ਰਿਹਾ ਸੀ। ਮਸਤ ਹਸਤ ਦਏ ਅਨੇਕਨ ਇੰਦਰ ਦੁਰਤ ਸਮਾਨ। ਅਨੇਕ ਹੀ ਮਸਤ ਹਾਥੀ ਵੀ ਦਾਨ ਦਿੱਤੇ ਜਾ ਰਹੇ ਸਨ ਜੋ ਇੰਦਰ ਦੇ ਹਾਥੀ ਦੇ ਸਮਾਨ ਸਨ। ਕਿੰਕਣੀ ਕੇ ਜਾਲ ਪੂਖਤ ਦਏ ਸਯੰਦਨ ਸੁਧ। ਘੁੰਗਰੀਆਂ ਦੇ ਹਾਰ ਨਾਲ ਸਜੇ ਹੋਏ ਚੰਗੇ ਰਥ ਦਿੱਤੇ ਜਾ ਰਹੇ ਸਨ। ਗਾਇਨਨ ਕੇ ਪੁਰ ਮਨੋ ਇਹ ਪਾਤ ਆਵਤ ਬੁੱਧ। ਇਸ ਤਰ੍ਹਾਂ ਮਾਲੂਮ ਹੁੰਦਾ ਸੀ ਮਾਨੋ ਇਹ ਗਵਈਆਂ ਦਾ ਹੀ ਸ਼ਹਿਰ ਹੋਵੇ। ਬਾਜ ਸਾਜ ਦਏ ਇਤੇ ਜਿਹੇ ਪਾਈਏ ਨਹੀਂ ਪਾਰ। ਘੋੜੇ ਅਤੇ ਸਮਾਨ ਇੰਨਾ ਦਿੱਤਾ ਗਿਆ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦਯੋਸ ਦਯੋਸ ਬੜੇ ਲਗਿਓ ਰਣਧੀਰ ਰਾਮ ਅਵਤਾਰ। ਰਣਧੀਰ ਰਾਮ ਅਵਤਾਰ ਦਿਨੋਂ ਦਿਨ ਵਧਣ ਲੱਗੇ। ਸ਼ਸਤਰ ਸ਼ਾਸਤਰਨ ਕੀ ਸਭੇ ਵਿਦ ਦੀਨ ਤਾਹੇ ਸੁਧਾਰ। ਸ਼ਸਤਰ ਅਤੇ ਸ਼ਾਸਤਰ ਦੇ ਸਾਰੇ ਤਰੀਕੇ ਉਹਨਾਂ ਨੂੰ ਸਮਝਾ ਦਿੱਤੇ ਗਏ। ਅਸ਼ਟ ਦਯੋਸਨ ਮੋ ਗਏ ਲੈ ਸਰਬ ਰਾਮ ਕੁਮਾਰ। 8 ਦਿਨਾਂ ਵਿੱਚ ਹੀ ਰਾਮ ਕੁਮਾਰ ਨੇ ਸਭ ਕੁਝ ਸਿੱਖ ਲਿਆ। ਬਾਨ ਪਾਨ ਕਮਾਨ ਲੈ ਬਹਿਰੰਤ ਸਰਜੂ ਤੀਰ। ਹੱਥ ਵਿੱਚ ਧਨੁਸ਼ ਬਾਣ ਲੈ ਕੇ ਚਾਰੇ ਭਰਾ ਸੁਰਜੂ ਨਦੀ ਦੇ ਕੰਢੇ ਫਿਰਦੇ ਸਨ, ਜੋ ਕਿ ਸਰਜੂ ਨਦੀ ਹੈ। ਪੀਤ ਪੀਤ ਪਿਛੋਰ ਕਾਰਨ ਤੀਰ ਚਾਰਹੂੰ ਵੀਰ। ਸਿਰ ਉੱਤੇ ਪੀਲੇ ਪੀਲੇ ਪਟਕੇ ਧਾਰਨ ਕਰਨ ਵਾਲੇ ਚਾਰੇ ਭਰਾ ਰਣਧੀਰ ਸਨ। ਬੇਖ ਬੇਖ ਨਿਰਪਾਨ ਕੇ ਬਹਿਰੰਤ ਬਾਲਕ ਸੰਗ। ਰਾਜਿਆਂ ਦੇ ਵੇਸ ਵਾਲੇ ਸਾਰੇ ਭਰਾ ਬਾਲਕਾਂ ਨਾਲ ਫਿਰਦੇ ਸਨ।
ਪਾਤ ਪਾਤਨ ਕੇ ਤਰੇ ਤਨ ਚੀਰ ਰੰਗ ਤਰੰਗ। ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਬਸਤਰ ਤਨ ਉੱਤੇ ਧਾਰਨ ਕੀਤੇ ਹੋਏ ਸਨ। ਐਸ ਬਾਤ ਪਈ ਇਤੇ ਉਹ ਔਰ ਬਿਸਵਾਮਿਤਰ। ਇਸ ਤਰ੍ਹਾਂ ਦੀ ਗੱਲ ਇੱਧਰ ਹੋ ਰਹੀ ਸੀ ਅਤੇ ਦੂਜੇ ਪਾਸੇ ਜੰਗਲ ਵਿੱਚ ਵਿਸ਼ਵਾਮਿਤਰ ਨੇ ਜਗ ਕੋ ਸੂ ਕਰਿਓ ਆਰੰਭਨ ਤੋਖਨਾਰਥ ਪਿਤਰ, ਆਪਣੇ ਪਿਤਰਾਂ ਨੂੰ ਪ੍ਰਸੰਨ ਕਰਨ ਵਾਸਤੇ ਯੱਗ ਆਰੰਭ ਕੀਤਾ ਹੋਇਆ ਸੀ। ਹੋਮ ਕੀ ਲੈ ਬਾਸਨਾ ਉੱਠ ਤਾਤ ਦੈਤ ਦੁਰੰਤ। ਹੋਮ ਦੀ ਵਾਸ਼ਨਾ ਲੈਂਦੇ ਹੀ ਦੈਂਤ ਆ ਕੇ ਆ ਪੈਂਦੇ ਸਨ। ਲੂਟ ਖਾਤ ਸਭੇ ਸਮਗਰੀ ਮਾਰ ਕੂਟ ਮਹੰਤ, ਅਤੇ ਸਾਰੀ ਸਾਮਗਰੀ ਲੁੱਟ ਕੇ ਲੈ ਜਾਂਦੇ ਸਨ ਅਤੇ ਮਹੰਤ ਨੂੰ ਮਾਰ ਕੁੱਟ ਜਾਂਦੇ ਸਨ। ਲੂਟ ਖਾਤਹ ਵਿਖਿਆ ਜੇ ਤਿੰਨ ਪੈ ਕਛੂ ਨਾ ਬਸਾਏ। ਯੱਗੇ ਦੀ ਸਾਮਗਰੀ ਨੂੰ ਜਿਹੜੇ ਲੁੱਟ ਖਾਦੇ ਸਨ ਉਹਨਾਂ ਉੱਤੇ ਮੁਨੀ ਦਾ ਕੋਈ ਵਸ ਨਹੀਂ ਚੱਲਦਾ ਸੀ। ਤਾਕ ਔਤਹ ਆਇਓ ਤਬ ਰੋਸ ਕੈ ਮੁਨ ਰਾਏ। ਤਦੋਂ ਸ਼੍ਰੇਸ਼ਟ ਮੁਨੀ ਕ੍ਰੋਧਵਾਨ ਹੋ ਕੇ ਅਯੋਧਿਆ ਵਿੱਚ ਮਦਦ ਦੀ ਆਸ ਨਾਲ ਆਇਆ। ਆਏ ਭੂਪਤ ਕਉ ਕਹਾਂ ਸੁਤ ਦੇਹੋ ਮੋਹ ਕਉ ਰਾਮ। ਵਿਸ਼ਵਾਮਿਤਰ ਨੇ ਰਾਜੇ ਨੂੰ ਆ ਕੇ ਕਿਹਾ, ਮੈਨੂੰ ਆਪਣਾ ਪੁੱਤਰ ਰਾਮ ਦੇ ਦਿਓ। ਨਾਤਰ ਤੋ ਕਉ ਪਸਮ ਕਰ ਹਉ ਆਜ ਹੀ ਇਹ ਠਾਮ। ਨਹੀਂ ਤਾਂ ਤੈਨੂੰ ਇਸੇ ਜਗ੍ਹਾ ਤੇ ਸ਼ਰਾਪ ਦੇ ਕੇ ਭਸਮ ਕਰ ਦਿਆਂਗਾ। ਕੋਪ ਦੇਖ ਮੁਨੀਸ ਕਉ ਨ੍ਰਿਪਪੂਤ ਤਾ ਸੰਗ ਦੀਨ। ਮੁਨੀਸ਼ਵਰ ਦਾ ਕ੍ਰੋਧ ਵੇਖ ਕੇ ਰਾਜੇ ਦਸ਼ਰਥ ਨੇ ਪੁੱਤਰ ਨੂੰ ਉਸ ਨਾਲ ਤੋੜ ਦਿੱਤਾ। ਜਗ ਮੰਡਲ ਕਉ ਚਲਿਓ ਲੈ ਤਾਹੇ ਸੰਗ ਪ੍ਰਬੀਨ। ਵੱਡਾ ਚਤੁਰ ਮੁਨੀ ਉਸ ਨੂੰ ਲੈ ਕੇ ਮੰਡਲ ਵੱਲ ਤੁਰ ਚਲਿਆ। ਰਸਤੇ ਵਿੱਚ ਜਾ ਕੇ ਮੁਨੀ ਨੇ ਕਿਹਾ, ਏਕ ਮਾਰਗ ਦੂਰ ਹੈ ਇੱਕ ਨੀਅਰ ਹੈ ਸੁਨ ਰਾਮ। ਹੇ ਰਾਮ ਸੁਣੋ, ਇੱਕ ਦੂਰ ਦਾ ਰਸਤਾ ਹੈ ਅਤੇ ਇੱਕ ਨੇੜੇ ਦਾ। ਰਾਹ ਮਾਰਤ ਰਾਚਸੀ ਜਿਹ ਤਾਰਕਾ ਗਨ ਨਾਮ। ਪਰ ਨੇੜੇ ਦੇ ਰਾਹ ਵਿੱਚ ਇੱਕ ਰਾਖਸ਼ਨੀ ਮਾਰਦੀ ਹੈ ਜਿਸ ਦਾ ਨਾਮ ਤਾੜਕਾ ਹੈ। ਜੌਨ ਮਾਰਗ ਤੀਰ ਹੈ ਤਹ ਰਾਹ ਚਾਲਹੂ ਆਜ। ਰਾਮ ਨੇ ਕਿਹਾ, ਸ਼੍ਰੀ ਰਾਮ ਨੇ ਕਿਹਾ, ਜਿਹੜਾ ਰਸਤਾ ਨੇੜੇ ਤੀਰ ਦਾ ਹੈ ਅੱਜ ਉਸੇ ਰਸਤੇ ਚਲੋ। ਚਿੱਤ ਚਿੰਤ ਨਾ ਕਾਜੀਏ ਦਿਵ ਦੇਵ ਕੇ ਹੈ ਕਾਜ। ਚਿੱਤ ਵਿੱਚ ਰਤਾ ਪਰ ਵੀ ਚਿੰਤਾ ਨਾ ਕਰੋ, ਇਹ ਦੇਵਤਾ ਸਰੂਪ ਬ੍ਰਾਹਮਣ ਦਾ ਕੰਮ ਹੈ। ਬਾੜ ਚਾਪੇ ਜਾਤ ਹੈ ਤਬ ਲੋ ਨਿਸਾਚਰ ਆਨ। ਉਹ ਰਸਤੇ ਉੱਤੇ ਖੁਸ਼ੀ ਖੁਸ਼ੀ ਚਲੇ ਜਾ ਰਹੇ ਸਨ, ਤਦੋਂ ਰਾਖਸ਼ਣੀ ਆ ਗਈ। ਚਾਹੋਗੇ ਕਤ ਰਾਮ ਕਹਿ ਮਗ ਰੋਕਿਓ ਤਜਕਾਨ। ਕਹਿਣ ਲੱਗੀ, ਹੇ ਰਾਮ ਬਚ ਕੇ ਕਿੱਥੇ ਜਾਓਗੇ। ਉਸਨੇ ਕਿਸੇ ਦੀ ਪਰਵਾਹ ਛੱਡ ਕੇ ਰਸਤਾ ਰੋਕ ਲਿਆ। ਦੇਖ ਰਾਮ ਨਿਸਾਚਰੀ ਗਹਿ ਲੀਨ ਬਾਨ ਕਮਾਨ। ਰਾਖਸ਼ਸਨੀ ਨੂੰ ਵੇਖਦਿਆਂ ਹੀ ਸ਼੍ਰੀ ਰਾਮ ਨੇ ਧਨੁਸ਼ ਬਾਣ ਫੜ ਲਿਆ। ਪਾਲ ਮਦ ਪ੍ਰਹਾਰਿਓ ਸੁਰ ਤਾਨ ਕਾਨ ਪ੍ਰਮਾਨ। ਅਤੇ ਕੰਨ ਤੱਕ ਖਿੱਚ ਕੇ ਤੀਰ ਉਸਦੇ ਮੱਥੇ ਵਿੱਚ ਮਾਰ ਦਿੱਤਾ। ਬਾਣ ਲਾਗਤ ਹੀ ਗਿਰੀ ਬਿਸੰਭਾਰ ਦੇਹ ਵਿਸਾਲ। ਬਾਣ ਵੱਜਦਿਆਂ ਹੀ ਵਿਸ਼ਾਲ ਦੇਹ ਵਾਲੀ ਰਾਖਸ਼ਸਨੀ ਬੇਸੁੱਧ ਹੋ ਕੇ ਡਿੱਗ ਪਈ। ਹਾਥ ਸ਼੍ਰੀ ਰਘੁਨਾਥ ਕੇ ਪਇਓ ਪਾਪਨੀ ਕੋ ਕਾਲ। ਇਸ ਤਰ੍ਹਾਂ
ਉਸ ਪਾਪਣੀ ਦਾ ਸ਼੍ਰੀ ਰਾਮ ਚੰਦਰ ਦੇ ਹੱਥੋਂ ਅੰਤ ਹੋ ਗਿਆ। ਐਸ ਤਾਹੇ ਸੰਘਾਰ ਕੇ ਕਰ ਜਗ ਮੰਡਲ ਮੰਡ। ਇਸ ਤਰ੍ਹਾਂ ਉਸ ਨੂੰ ਮਾਰ ਕੇ ਯੱਗ ਸਥਾਨ ਵਿੱਚ ਬੈਠ ਕੇ ਰਾਖੀ ਕਰਨ ਲੱਗੇ। ਆਈ ਕੇ ਤਬ ਲਹੂ ਨਿਸਾਚਰ ਦੀਹ ਦੇ ਪ੍ਰਚੰਡ। ਇਹ ਤੱਕ ਕਿ ਤਦੋਂ ਵੱਡੇ ਤੇਜ ਵਾਲੇ 2 ਦੈਂਤ ਆ ਗਏ। ਪਾਜ ਪਾਜ ਚਲੇ ਸਭੇ ਰਿਖ, ਡਾਠ ਪੇ ਹਠ ਰਾਮ। ਜਿਨ੍ਹਾਂ ਨੂੰ ਦੇਖ ਕੇ ਸਾਰਿਆਂ ਰਿਸ਼ੀਆਂ ਨੂੰ ਭਾਜੜ ਪੈ ਗਈ, ਪਰ ਹਠ ਵਾਲੇ ਸ਼੍ਰੀ ਰਾਮ ਉੱਥੇ ਹੀ ਖੜੋਤੇ ਰਹੇ। ਜੁਧ ਕ੍ਰੁਧ ਕਰਿਓ ਤਿਹੂ, ਤਹਿ ਠਉਰ ਸੋਰਹ ਜਾਮ। ਉਹਨਾਂ ਨੇ ਕ੍ਰੋਧ ਕਰਕੇ ਉਸ ਜਗ੍ਹਾ ਉੱਤੇ 16 ਪਹਿਰ ਤੱਕ ਯੁੱਧ ਕੀਤਾ। ਮਾਰ ਮਾਰ ਪੁਕਾਰ ਦਾਨਵ, ਸ਼ਸਤਰ ਅਸਤਰ ਸੰਭਾਰ। ਆਪੋ ਆਪਣੇ ਸ਼ਸਤਰ ਅਸਤਰ ਸੰਭਾਲ ਕੇ ਦੈਂਤ ਮਾਰੋ ਮਾਰੋ ਪੁਕਾਰਦੇ ਸਨ। ਬਾਨ ਪਾਨ ਕਮਾਨ ਕਹੂੰ, ਤਰ ਤਬਰ ਤਿਛ ਕੁਠਾਰ। ਉਹਨਾਂ ਦੇ ਹੱਥਾਂ ਵਿੱਚ ਧਨੁਸ਼ ਬਾਣ, ਤਿੱਖੇ ਗੰਡਾਸੇ ਅਤੇ ਕੁਹਾੜੇ ਫੜੇ ਹੋਏ ਸਨ। ਕੋਰ ਕੋਰ ਦਸੋ ਦਿਸਾ, ਨਹਿ ਸੂਰਬੀਰ ਪ੍ਰਮਾਥ। 10 ਦਿਸ਼ਾਵਾਂ ਵਿੱਚ ਸੂਰਵੀਰਾਂ ਨੇ ਘੇਰਾ ਖੱਤਿਆ ਹੋਇਆ ਸੀ। ਆਏ ਕੇ ਜੂਝੇ ਸਭੇ ਰਣ ਰਾਮ ਏਕਲ ਸਾਥ। ਇਕੱਲੇ ਰਾਮ ਨਾਲ ਆ ਕੇ ਸਾਰੇ ਸੂਰਮੇ ਰਣਭੂਮੀ ਵਿੱਚ ਲੜ ਰਹੇ ਸਨ। ਰਸਾਵਲ ਛੰਦ। ਰਣ ਪੇਖ ਰਾਮਨ। ਰਣਭੂਮੀ ਵਿੱਚ ਧਰਮ ਸਥਾਨ ਤੇ ਝੰਡੇ ਵਾਂਗ। ਤੁਜਨ ਧਰਮ ਤਾਮਨ। ਰਾਮ ਅਡੋਲ ਦਿਸ ਰਹੇ ਸਨ। ਚਹੂ ਔਰ ਡੂਕੇ। ਚੌਹਾਂ ਪਾਸਿਆਂ ਤੇ ਰਾਖਸ਼ ਨੇੜੇ ਟੁਕੇ ਹੋਏ ਸਨ। ਮੁਖਨ ਮਾਰ ਕੂਕੇ ਅਤੇ ਮੂੰਹ ਤੋਂ ਮਾਰੋ ਮਾਰੋ ਬੋਲ ਰਹੇ ਸਨ। ਬਜੇ ਕੋਰ ਬਾਜੇ। ਕੋਰ ਵਾਜੇ ਵੱਜਦੇ ਸਨ। ਤੁਣਨ ਮੇਘ ਲਾਜੇ। ਜਿਨ੍ਹਾਂ ਦੀ ਆਵਾਜ਼ ਅੱਗੇ ਬੱਦਲ ਦੀ ਧੁਨੀ ਲੱਜਾ ਰਹੀ ਸੀ। ਝੰਡਾ ਗੱਡ ਗਾੜੇ। ਪੱਕੇ ਝੰਡੇ ਗੱਡ ਕੇ ਮੰਡੇ ਬੈਰ ਬਾੜੇ। ਵੈਰ ਵਧਾ ਕੇ ਲੜ ਰਹੇ ਸਨ। ਕੜਕੇ ਕਮਾਣਨ। ਕਮਾਨਾਂ ਕੜਕਦੀਆਂ ਸਨ। ਚੜਕੇ ਕਿਰਪਾਣਨ। ਤਲਵਾਰਾਂ ਚਟਕਦੀਆਂ ਸਨ। ਡਲਾ ਡੁੱਕ ਡਾਲੇ। ਡਾਲਾਂ ਤੋਂ ਡੁੱਕ ਡੁੱਕ ਕੇ ਸ਼ਬਦ ਹੁੰਦੇ ਸਨ। ਚਲੀ ਪੀਤ ਪਾਲੇ ਅਤੇ ਤਲਵਾਰਾਂ ਚਲਦੀਆਂ ਸਨ। ਰਣ ਰੰਗ ਰਤੇ। ਯੋਧੇ ਰਣ ਰੰਗ ਵਿੱਚ ਇਉਂ ਰਤੇ ਹੋਏ ਸਨ। ਮਨੋ ਮਲ ਮੱਤੇ। ਮਾਨੋ ਮਸਤ ਮਲ ਫਿਰਦੇ ਹੋਣ। ਸਰਨ ਤਾਰ ਬਰਖੇ। ਤੀਰਾਂ ਦਾ ਮੀਂਹ ਵਸਦਾ ਸੀ। ਮਹਿਖਵਾਸ ਕਰਖੇ। ਵੱਡੀਆਂ ਧਨੁਸ਼ਾਂ ਨੂੰ ਖਿੱਚਿਆ ਜਾ ਰਿਹਾ ਸੀ। ਕਰੀ ਬਾਣ ਬਰਖਾ। ਤੀਰਾਂ ਦੀ ਬਰਖਾ ਕਰਦੇ ਸਨ। ਸੁਣੇ ਜੀਤ ਕਰਖਾ। ਜਿੱਤ ਦੇ ਗੀਤ ਸੁਣਦੇ ਸਨ। ਸੁਬਾਹਨ ਮਰੀਚਨ। ਸੁਬਾਹੂ ਅਤੇ ਮਰੀਚ ਦੈਂਤ ਮੌਤ ਦੀ ਇੱਛਾ ਕਰਕੇ ਚਲੇ ਬਾਛ ਮੀਚਨ। ਰਾਮ ਦੇ ਸਾਹਮਣੇ ਆ ਗਏ। ਇੱਕੇ ਬਾਰ ਟੂਟੇ। ਦੋਵਾਂ ਦੈਂਤ ਇੱਕੋ ਵਾਰ ਇਸ ਤਰ੍ਹਾਂ ਟੁੱਟ ਕੇ ਆ ਪਏ। ਮਨੋ ਬਾਜ ਛੂਟੇ। ਮਾਨੋ ਬਾਜ ਛੁੱਟ ਕੇ ਆਏ ਹੋਣ। ਲਇਓ ਕੋਰ ਰਾਮਨ। ਇਉਂ
ਸ਼੍ਰੀ ਰਾਮ ਨੂੰ ਘੇਰ ਲਿਆ। ਸਸਨ ਜੇਮ ਕਾਮਨ, ਜਿਵੇਂ ਚੰਦਰਮਾ ਨੂੰ ਕਾਮਦੇਵ ਨੂੰ ਘੇਰ ਲਿਆ ਸੀ। ਕਿਰਿਓ ਦੈਤ ਸੈਨਣ, ਇਉਂ ਦੈਤ ਦੀ ਸੈਨਾ ਨੇ ਸ਼੍ਰੀ ਰਾਮ ਨੂੰ ਘੇਰ ਲਿਆ। ਜਿਮਨ ਰੁਦਰ ਮੈਣਨ, ਜਿਵੇਂ ਰੁਦਰ ਨੂੰ ਕਾਮ ਨੇ ਘੇਰਿਆ ਸੀ। ਰੁਕੇ ਰਾਮ ਜੰਗਨ, ਰਾਮ ਜੀ ਜੰਗ ਵਿੱਚ ਇਉਂ ਡਟੇ ਹੋਏ ਸਨ। ਮਨੋ ਸਿੰਧ ਗੰਗਨ, ਮਾਨੋ ਸਮੁੰਦਰ ਵਿੱਚ ਗੰਗਾ ਮਿਲੀ ਹੁੰਦੀ ਹੈ। ਰਣ ਰਾਮ ਬੱਜੇ, ਰਣ ਵਿੱਚ ਰਾਮ ਲਲਕਾਰਦੇ ਸਨ। ਤੁਣਨ ਮੇਘ ਲੱਜੇ, ਜਿਸ ਅੱਗੇ ਬੱਦਲਾਂ ਦੀ ਧੁਨ ਸ਼ਰਮਸਾਰ ਹੁੰਦੀ ਸੀ। ਰੁਲੇ ਤਚ ਮੁੱਛਨ, ਵੱਡੇ ਢੁੱਕੇ ਸੂਰਮੇ ਰੁਲ ਰਹੇ ਸਨ। ਗਿਰੇ ਸੂਰ ਸਵੱਛਨ, ਸ੍ਰੇਸ਼ਟ ਸੂਰਮੇ ਡਿੱਗੇ ਹੋਏ ਸਨ। ਚਲੇ ਐਂਠ ਮੁੱਛੇ, ਰਾਖਸ਼ ਮੁੱਛਾਂ ਨੂੰ ਵੱਟ ਚੜਾ ਕੇ ਚਲੇ ਆਉਂਦੇ ਸਨ। ਕਹਾਂ ਰਾਮ ਪੁੱਛੇ, ਪੁੱਛਦੇ ਸਨ ਰਾਮ ਕਿੱਥੇ ਹੈ। ਅਬੇ ਹਾਥ ਲਾਗੇ, ਜੇ ਹੁਣ ਸਾਡੇ ਹੱਥ ਲੱਗ ਜਾਏ। ਕਹਾਂ ਜਾਹੂੰ ਭਾਗੇ, ਤਾਂ ਫਿਰ ਕਿੱਥੇ ਭੱਜ ਕੇ ਜਾਏਗਾ। ਰਿਪਨ ਪੇਖ ਰਾਮਨ, ਰਾਮ ਨੇ ਵੈਰੀ ਨੂੰ ਵੇਖ ਲਿਆ। ਹਠਿਓ ਧਰਮ ਤਾਮਨ, ਅਤੇ ਧਰਮ ਤਾਮ ਸਰੂਪ ਰਾਮ ਡਟ ਗਏ। ਕਰੇ ਨੈਣ ਰਾਤਨ, ਉਸਨੇ ਰੋਹ ਨਾਲ ਨੈਣ ਲਾਲ ਕਰ ਲਏ। ਤਨੁਰ ਵੇਦ ਗਿਆਤਨ, ਉਹ ਤਨੁਰ ਵੇਦ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਤਨਨ ਉਗਰ ਕਰਖਿਓ, ਸ਼੍ਰੀ ਰਾਮ ਨੇ ਕਠੋਰ ਧਨੁਸ਼ ਨੂੰ ਖਿੱਚਿਆ। ਸਰਨਧਾਰ ਬਰਖਿਓ, ਅਤੇ ਤੀਰਾਂ ਦੀ ਬਰਖਾ ਸ਼ੁਰੂ ਕਰ ਦਿੱਤੀ। ਹਣੀ ਸਤਰ ਸੈਨਣ, ਵੈਰੀ ਸੈਨਾ ਮਾਰ ਦਿੱਤੀ। ਹਸੇ ਦੇਵ ਗੈਣਨ, ਇਹ ਵੇਖ ਕੇ ਆਕਾਸ਼ ਵਿੱਚ ਦੇਵਤੇ ਹੱਸਣ ਲੱਗੇ। ਭਜੀ ਸਰਬ ਸੈਣਨ, ਸਾਰੀ ਸੈਨਾ ਭੱਜ ਗਈ। ਲਖੀ ਮਰੀਚ ਨੈਣਨ, ਮਾਰੀਚ ਨੇ ਆਪਣੀ ਅੱਖੀ ਵੇਖ ਲਿਆ। ਫਿਰਿਓ ਰੋਸ ਪ੍ਰੇਰਿਓ, ਫਿਰ ਉਸਨੇ ਸੈਨਾ ਨੂੰ ਗੁੱਸੇ ਨਾਲ ਇੰਝ ਪ੍ਰੇਰਿਆ। ਮਨੋ ਸਾਪ ਛੇੜਿਓ, ਮਾਨੋ ਸੱਪ ਨੂੰ ਛੇੜਿਆ ਹੋਵੇ। ਹਣਿਓ ਰਾਮ ਬਾਣਨ, ਰਾਮ ਨੇ ਉਸ ਨੂੰ ਬਾਣ ਮਾਰਿਆ। ਕਰਿਓ ਸਿੰਧ ਪਯਾਣਨ, ਜਿਸ ਦੇ ਨਾਲ ਮਰੀਚ ਸਮੁੰਦਰ ਦੇ ਕੰਢੇ ਜਾ ਡਿੱਗਿਆ। ਤਜਿਓ ਰਾਜ ਦੇਸਨ, ਉਸਨੇ ਇਸ ਦੇਸ਼ ਦਾ ਰਾਜ ਛੱਡ ਦਿੱਤਾ। ਲਿਓ ਜੋਗ ਭੇਸਨ, ਅਤੇ ਯੋਗ ਦੇ ਭੇਸ ਨੂੰ ਧਾਰਨ ਕਰ ਲਿਆ। ਸੁਬਸੰਤਰ ਉਤਾਰੇ, ਸੁੰਦਰ ਬਸਤਰ ਮਾਰੀਚ ਨੇ ਉਤਾਰ ਦਿੱਤੇ। ਭਗਵੇ ਬਸਤਰ ਧਾਰੇ, ਅਤੇ ਭਗਵੇ ਬਸਤਰ ਪਾ ਲਏ। ਬਸਿਓ ਲੰਕ ਬਾਗਨ, ਲੰਕਾ ਦੇ ਬਾਗ ਵਿੱਚ ਜਾ ਕੇ ਵਸਣ ਲੱਗਾ। ਪੁਨਰ ਦਰੋਹ ਤਿਆਗਨ, ਅਤੇ ਫਿਰ ਰਾਮ ਨਾਲ ਵੈਰ ਕਰਨਾ ਛੱਡ ਦਿੱਤਾ। ਸਰੋਸਨ ਸੁਬਾਹਨ, ਗੁੱਸੇ ਨਾਲ ਸੁਬਾਹੂ। ਚੜਿਓ ਲੈ ਸਿਪਾਹਨ, ਸੈਨਾ ਲੈ ਕੇ ਚੜ ਆਇਆ। ਠਟਿਓ ਆਣ ਜੁਦਨ, ਉਸਨੇ ਆ ਕੇ ਯੁੱਧ ਸ਼ੁਰੂ ਕੀਤਾ। ਪਇਓ ਨਾਦ ਉਦਨ, ਅਤੇ ਭਿਆਨਕ ਰੌਲਾ ਪੈ ਗਿਆ। ਸੁਬਨ ਸੈਣ ਸਾਜੀ, ਉਸਨੇ ਸੋਹਣੀ ਸੈਨਾ ਸਜਾਈ ਹੋਈ ਸੀ। ਤੁਰੇ ਤੁੰਦ ਤਾਜੀ, ਤੇਜ਼ ਚਾਲ ਵਾਲੇ ਘੋੜੇ ਭੱਜ ਰਹੇ ਸਨ। ਗਜਾ ਜੂਹ ਗੱਜੇ, ਹਾਥੀਆਂ ਦੇ ਦਲ ਚਿੰਘਾੜਦੇ ਸਨ। ਤੁਣਨ ਮੇਘ ਲੱਜੇ,
ਜਿਨ੍ਹਾਂ ਦੀ ਆਵਾਜ਼ ਅੱਗੇ ਬਦਲਾ ਦੀ ਧੁਨ ਲੱਜਾ ਰਹੀ ਸੀ। ਡਕਾ ਡੁੱਕ ਡਾਲਨ, ਡਾਲਾਂ ਆਪਸ ਵਿੱਚ ਡਕ ਡਕ ਕਰਕੇ ਵੱਜਣ ਲੱਗੀਆਂ। ਸੁਭੀ ਪੀਤ ਲਾਲਨ, ਉਹ ਲਾਲ ਪੀਲੇ ਰੰਗਾਂ ਵਿੱਚ ਸ਼ੋਭਾ ਪਾ ਰਹੀਆਂ ਸਨ। ਗਹੇ ਸ਼ਸਤਰ ਉੱਠੇ, ਯੋਧੇ ਸ਼ਸਤਰ ਫੜ ਕੇ ਡਟੇ ਹੋਏ ਸਨ। ਸਰੰਧਾਰ ਉੱਠੇ ਅਤੇ ਤੀਰਾਂ ਦਾ ਮੀਂਹ ਵਸਾ ਰਹੇ ਸਨ। ਬਹੇ ਅਗਨ ਅਸਤਰਨ, ਅਗਨ ਅਸਤਰ ਚਲਦੇ ਸਨ। ਛੁੱਟੇ ਸਰਬ ਸ਼ਸਤਰਨ, ਅਤੇ ਸਾਰੇ ਸ਼ਸਤਰ ਵੀ ਚਲਦੇ ਸਨ। ਰੰਗੇ ਸ੍ਰੋਣ ਐਸੇ, ਲਹੂ ਨਾਲ ਰੰਗੇ ਹੋਏ ਸੂਰਮੇ ਇਉਂ ਲੱਗਦੇ ਸਨ। ਚੜੇ ਵਿਆਹ ਜੈਸੇ, ਜਿਉਂ ਵਿਆਹ ਨੂੰ ਚੜ੍ਹਦੇ ਹਨ, ਜਿਉਂ ਵਿਆਹ ਨੂੰ ਚੜ੍ਹੇ ਹਨ। ਕਣੇ ਕਾਇ ਘੂਮੇ, ਬਹੁਤੇ ਸੂਰਮੇ ਘਾਇਲ ਹੋ ਕੇ ਇਸ ਤਰ੍ਹਾਂ ਘੁੰਮਦੇ ਸਨ। ਮਦੀ ਜੈਸ ਝੂਮੇ, ਜਿਸ ਤਰ੍ਹਾਂ ਸ਼ਰਾਬੀ ਝੂਮਦੇ ਹਨ। ਗਹੇ ਬੀਰ ਐਸੇ, ਸੂਰਮੇ ਇੰਜ ਸ਼ੋਭ ਰਹੇ ਸਨ। ਫੁੱਲੇ ਫੂਲ ਜੈਸੇ, ਜਿਵੇਂ ਫੁੱਲ ਖਿੜੇ ਹੁੰਦੇ ਹਨ। ਹਠਿਓ ਦਾਨ ਵੇਸਨ, ਦੈਂਤ ਰਾਜਾ ਪਇਓ ਆਪ ਪੇਸਨ, ਸੁਬਾਹੂ ਹੱਠ ਨਾਲ ਤਤਪਰ ਹੋ ਗਿਆ ਸੀ। ਬਜੇ ਕੋਰ ਬਾਜੇ, ਕੋਰ ਵਾਜੇ ਵੱਜਦੇ ਸਨ। ਧੁਣਨ ਅਭ੍ਰ ਲਾਜੇ, ਜਿਨ੍ਹਾਂ ਦੀ ਧੁਨ ਅੱਗੋਂ ਬੱਦਲ ਵੀ ਲਜਾਂਦੇ ਸਨ। ਰਥੀ ਨਾਗ ਕੂਟੇ, ਰੱਥਾਂ ਵਾਲਿਆਂ ਨੇ ਹਾਥੀ ਮਾਰ ਸੁੱਟੇ ਸਨ। ਫਿਰੇ ਬਾਜ ਛੂਟੇ, ਘੋੜੇ ਛੁੱਟੇ ਫਿਰਦੇ ਸਨ। ਪਇਓ ਜੁੱਧ ਭਾਰੀ, ਭਾਰਾ ਯੁੱਧ ਹੋਇਆ ਸੀ। ਛੁੱਟੀ ਰੁਦਰ ਤਾਰੀ, ਜਿਸ ਕਰਕੇ ਸ਼ਿਵ ਦੀ ਸਮਾਧੀ ਖੁੱਲ੍ਹ ਗਈ ਸੀ। ਬਜੇ ਕੰਟ ਪੇਰੀ, ਘੰਟੇ ਤੇ ਭੇਰੀਆਂ ਵੱਜਦੇ ਸਨ। ਡਹੇ ਡਾਮ ਡੇਰੀ, ਜਿਨ੍ਹਾਂ ਤੋਂ ਡਮ ਡਮ ਦੀ ਆਵਾਜ਼ ਨਿਕਲਦੀ ਸੀ। ਰਣੰਕੇ ਨਿਸਾਣਨ, ਤੌਂਸੇ ਗੂੰਜਦੇ ਸਨ। ਕਣਛੇ ਕਿਕਾਣਨ, ਅਤੇ ਘੋੜੇ ਹਿਣਕਦੇ ਸਨ। ਤਹਾਂ ਤੂਹ ਤੋਪਨ, ਤਲਵਾਰਾਂ ਤੋਪ ਦੇ ਵੱਜਣ ਨਾਲ ਧੂਆਂ ਧੂਆਂ ਦੀ ਆਵਾਜ਼ ਹੁੰਦੀ ਸੀ। ਟਕਾ ਟੂਕ ਟੋਪਨ, ਟਕਾ ਟਕ ਕਰਕੇ ਟੋਪ ਟੁੱਟਦੇ ਸਨ। ਕਟੇ ਚਰਮ ਬਰਮਨ, ਡਾਲਾਂ ਅਤੇ ਕਵਚ ਕੱਟੇ ਜਾ ਰਹੇ ਸਨ। ਪਲਿਓ ਛਤਰ ਧਰਮਨ, ਅਤੇ ਯੋਧੇ ਛਤਰੀ ਧਰਮ ਪਾਲ ਕਰ ਰਹੇ ਸਨ। ਪਇਓ ਦੁੰਦ ਜੁਦਨ, ਸ਼੍ਰੀ ਰਾਮ ਤੇ ਸੁਬਾਹੂ ਦਾ ਦਵੰਦ ਯੁੱਧ ਹੋਇਆ। ਪਰਿਓ ਰਾਮ ਕ੍ਰੋਧਨ, ਸ਼੍ਰੀ ਰਾਮ ਕ੍ਰੋਧ ਨਾਲ ਭਰ ਗਏ। ਕਟੀ ਦੁਸ਼ਟ ਬਾਹਨ, ਉਹਨਾਂ ਨੇ ਦੁਸ਼ਟ ਦੀ ਬਾਂਹ ਕੱਟ ਦਿੱਤੀ। ਸੰਘਾਰਿਓ ਸੁਬਾਹਨ, ਅਤੇ ਅੰਤ ਨੂੰ ਸੁਬਾਹੂ ਨੂੰ ਮਾਰ ਦਿੱਤਾ। ਤਰਸੈ ਦੈਂਤ ਪਾਜੇ, ਡਰਦੇ ਹੋਏ ਦੈਂਤ ਭੱਜ ਗਏ ਸਨ। ਰਣ ਰਾਮ ਗਾਜੇ, ਅਤੇ ਰਣ ਵਿੱਚ ਰਾਮ ਗੱਜਦੇ ਸਨ। ਪੁਯਨ ਪਾਰ ਉਤਾਰਿਓ, ਇਸ ਤਰ੍ਹਾਂ ਉਹਨਾਂ ਨੇ ਧਰਤੀ ਦਾ ਪਾਰ ਉਤਾਰ ਦਿੱਤਾ। ਰਖੀਸਨ ਉਬਾਰਿਓ, ਅਤੇ ਰਿਸ਼ੀਆਂ ਨੂੰ ਬਚਾ ਲਿਆ। ਸਭੇ ਸਾਧ ਹਰਖੇ, ਸਾਰੇ ਸਾਧ ਪ੍ਰਸੰਨ ਹੋ ਗਏ। ਪਏ ਜੀਤ ਕਰਖੇ, ਅਤੇ ਜਿੱਤ ਦੇ ਗੀਤ ਗਾਏ ਜਾ ਰਹੇ ਸਨ। ਕਰੇ ਦੇਵ ਅਰਚਾ, ਦੇਵਤੇ ਸ਼੍ਰੀ ਰਾਮ ਦੀ ਪੂਜਾ ਕਰ ਰਹੇ ਸਨ। ਰਰੇ ਵੇਦ ਚਰਚਾ, ਅਤੇ ਵੇਦ ਚਰਚਾ ਹੋ ਰਹੀ ਸੀ। ਪਇਓ ਜਗ ਪੂਰਨ, ਵਿਸ਼ਵਾਮਿੱਤਰ ਦਾ ਯੱਗ ਪੂਰਾ ਹੋ ਗਿਆ। ਗਏ ਪਾਪ ਦੂਰਨ, ਅਤੇ ਪਾਪ ਦੂਰ ਹੋ ਗਏ। ਸੁਰਨ ਸਰਬ ਹਰਖੇ, ਸਾਰੇ ਦੇਵਤੇ ਪ੍ਰਸੰਨ ਹੋ ਗਏ। ਤਨੰਤਾਰ ਬਰਖੇ, ਅਤੇ ਤਨ ਦੀ ਵਰਖਾ ਹੋਣ ਲੱਗੀ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਰਾਮ ਅਵਤਾਰੇ ਕਥਾ ਸੁਬਾਹ ਮਰੀਚ ਬਦਹ ਯज्ञ ਸੰਪੂਰਨ ਕਰਨਨ ਸਮਾਪਤਮ।
ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦੇ ਰਾਮ ਅਵਤਾਰ ਦੀ ਕਥਾ ਵਿੱਚ ਸੁਬਾਹੂ ਮਰੀਚ ਬੱਧ ਅਤੇ ਯੋਗ ਸੰਪੂਰਨ ਕਰਨ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।